ਆਪ ਸਾਰਿਆਂ ਨੂੰ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੇ ਮੈਂ ਨਿਰਮਲ ਪਾਸੋਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਹੈ ਜੀ ਤੇ ਜੀ ਆਇਆਂ ਨੂੰ। ਮੈਂ ਜਨਗਣਨਾ ਫਾਰਮ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਚਲਾਂਗਾ। ABS ਨੇ ਆਪਣੀ ਵੈਬਸਾਈਟ ਤੇ ਪੰਜਾਬੀ ਚ ਜਾਣਕਾਰੀ ਦਾ ਅਨੁਵਾਦ ਕੀਤਾ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ census.abs.gov.au/ਪੰਜਾਬੀ ਤੇ ਜਾਓ। ਮੇਰੇ ਆਰੰਭ ਕਰਨ ਤੋਂ ਪਹਿਲਾਂ ਮੈਂ ਮਰਦਸ਼ੁਮਾਰੀ ਬਾਰੇ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ। ਹਰ 5 ਸਾਲ ਬਾਅਦ ABS ਆਸਟ੍ਰੇਲੀਆ ਦੇ ਹਰੇਕ ਵਿਅਕਤੀ ਅਤੇ ਘਰ ਦੀ ਗਿਣਤੀ ਕਰਦਾ ਹੈ। ਇਸ ਨੂੰ ਮਰਦਸ਼ੁਮਾਰੀ ਕਿਹਾ ਜਾਂਦਾ ਹੈ ਜਾਂ ਜਨਗਣਨਾ ਕਿਹਾ ਜਾਂਦਾ ਹੈ। ਇਹ ਤੁਹਾਡੀ ਉਮਰ, ਜਨਮ, ਦੇਸ਼, ਧਰਮ, ਵੰਸ਼, ਘਰ ਵਿੱਚ ਵਰਤੀ ਜਾਣ ਵਾਲੀ ਭਾਸ਼ਾ, ਕੰਮ ਅਤੇ ਸਿੱਖਿਆ ਵਰਗੀਆਂ ਚੀਜ਼ਾਂ ਬਾਰੇ ਪ੍ਰਸ਼ਨ ਪੁੱਛਦਾ ਹੈ। ਇਸ ਸਾਲ ਮਰਦਸ਼ੁਮਾਰੀ ਮੰਗਲਵਾਰ 10 ਅਗਸਤ ਨੂੰ ਹੈ। ਮਰਦਸ਼ੁਮਾਰੀ ਦੇ ਆંકੜਿਆਂ ਦੀ ਵਰਤੋਂ ਸਾਡੇ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਯੋਜਨਾਵਾਂ, ਸੇਵਾਵਾਂ ਵਿੱਚ ਸਹਾਇਤਾ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਸਿਹਤ ਸੰਭਾਲ ਅਤੇ ਸਿੱਖਿਆ ਤੋਂ ਲੈ ਕੇ ਆਵਾਜਾਈ ਅਤੇ ਬੁਨਿਆਦੀ ਬਣਤਰ ਲਈ। ਮਰਦਸ਼ੁਮਾਰੀ ਲਾਜ਼ਮੀ ਹੈ। ਤੁਹਾਨੂੰ ਮੰਗਲਵਾਰ 10 ਅਗਸਤ ਨੂੰ ਆਪਣੇ ਮਰਦਸ਼ੁਮਾਰੀ ਫਾਰਮ ਵਿੱਚ ਆਪਣੇ ਘਰ 'ਚ ਹਰ ਵਿਅਕਤੀ ਨੂੰ ਸ਼ਾਮਿਲ ਕਰਨ ਦੀ ਲੋੜ ਹੈ। ਇਸ ਵਿੱਚ ਪਰਿਵਾਰਾਂ ਅਤੇ ਦੋਸਤਾਂ, ਅੰਤਰਰਾਸ਼ਟਰੀ ਮਹਿਮਾਨਾਂ ਅਤੇ ਬੱਚਿਆਂ ਵੀ ਸ਼ਾਮਿਲ ਹਨ। ਤੁਹਾਨੂੰ ਜਨਗਣਨਾ ਵਿੱਚ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਨਿੱਜੀ ਜਾਣਕਾਰੀ ਕਾਨੂੰਨ ਨਾਲ ਸੁਰੱਖਿਅਤ ਹੈ। ਇਹ ਹੋਰ ਸਰਕਾਰੀ ਏਜੰਸੀਆਂ ਜਾਂ ਕਿਸੇ ਹੋਰ ਨਾਲ ਸਾਂਝੀ ਨਹੀਂ ਕੀਤੀ ਜਾਂਦੀ। ਆਪਣੀ ਜਾਂ ਆਪਣੇ ਪਰਿਵਾਰ ਬਾਰੇ ਸਾਂਝੀ ਕੀਤੀ ਜਾਣਕਾਰੀ ਦੁਆਰਾ ਤੁਹਾਡੀ ਪਛਾਣ ਨਹੀਂ ਕੀਤੀ ਜਾ ਸਕਦੀ। ਜੇ ਤੁਸੀਂ ਕਿਸੇ ਨਾਲ ਪੰਜਾਬੀ ਵਿੱਚ ਗੱਲ ਕਰਨਾ ਚਾਹੁੰਦੇ ਹੋ ਜਾਂ ਅਨੁਵਾਦ ਅਤੇ ਵਿਆਖਿਆ ਸੇਵਾ ਨੂੰ 131450 ਤੇ ਕਾਲ ਕਰੋ। ਤੁਸੀਂ ਸ਼ਾਇਦ COVID-19 ਲਾਕਡਾਊਨ ਵਿੱਚ ਇਹ ਸੈਸ਼ਨ ਨੂੰ ਵੇਖ ਰਹੇ ਹੋਵੋਗੇ। ਅਸੀਂ ਫਾਰਮ ਭਰਨ ਦਾ ਇਹ ਸੈਸ਼ਨ ਆਨਲਾਈਨ ਰਿਕਾਰਡ ਕੀਤਾ ਹੈ ਤਾਂ ਜੋ ਤੁਸੀਂ ਘਰ ਦੇ ਆਪਣੇ ਫਾਰਮ ਭਰ ਸਕੋ। ਮੈਂ ਹਰ ਪ੍ਰਸ਼ਨ ਦਾ ਪੰਜਾਬੀ ਵਿੱਚ ਸਮਝਾਵਾਂਗਾ। ਅਸੀਂ ਉਸ ਪ੍ਰਸ਼ਨ ਕਿਉਂ ਪੁੱਛਦੇ ਹਾਂ ਅਤੇ ਤੁਸੀਂ ਇਹਨਾਂ ਦਾ ਉੱਤਰ ਕਿਵੇਂ ਦੇ ਸਕਦੇ ਹੋ। ਤੁਹਾਡੇ ਜਵਾਬ ਅੰਗਰੇਜ਼ੀ ਵਿੱਚ ਹੀ ਹੋਣਗੇ ਤੇ ਪੂਰਾ ਮਰਦਸ਼ੁਮਾਰੀ ਦਾ ਫਾਰਮ ਅੰਗਰੇਜ਼ੀ ਵਿੱਚ ਹੀ ਹੈ। ਮਰਦਸ਼ੁਮਾਰੀ ਵਿੱਚ 65 ਪ੍ਰਸ਼ਨ ਹਨ ਅਤੇ ਇਸ ਲਈ ਇਸ ਵੀਡੀਓ ਵਿੱਚ ਬਹੁਤ ਸਾਰੀ ਜਾਣਕਾਰੀ ਹੈ। ਤੁਸੀਂ ਪ੍ਰਸ਼ਨ ਦਾ ਉੱਤਰ ਦੇਣ, ਕਿਸੇ ਨਾਲ ਸੰਪਰਕ ਕਰਨ ਜਾਂ ਬ੍ਰੇਕ ਲੈਣ ਲਈ ਕਦੇ ਵੀ ਇਸ ਵੀਡੀਓ ਨੂੰ ਪੌਜ਼ ਕਰ ਸਕਦੇ ਹੋ ਜਾਂ ਰੋਕ ਸਕਦੇ ਹੋ। ਹੁਣ ਮਰਦਸ਼ੁਮਾਰੀ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਕੋਲ ਕੀ ਹੋਣਾ ਚਾਹੀਦਾ ਹੈ। ਇਸ ਨੂੰ ਫਾਰਮ ਭਰਨ ਤੋਂ ਪਹਿਲਾਂ ਪੱਕਾ ਕਰੋ ਕਿ ਤੁਹਾਡੇ ਕੋਲ ਤੁਹਾਡਾ ਫਾਰਮ ਹੈ। ਹੁਣ ਤੱਕ ਤੁਹਾਨੂੰ ਜਾਂ ਤੇ ਇੱਕ ਪੱਤਰ ਪ੍ਰਾਪਤ ਹੋਇਆ ਹੋਵੇਗਾ ਜਿਹੜਾ ਤੁਸੀਂ ਆਨਲਾਈਨ ਪੂਰਾ ਕਰ ਸਕਦੇ ਹੋ, ਜਾਂ ਤਾਂ ਇੱਕ ਕਾਗਜ਼ੀ ਫਾਰਮ। ਜੇ ਤੁਸੀਂ ਆਨਲਾਈਨ ਪੂਰਾ ਕਰ ਰਹੇ ਹੋ ਤੇ ਤੁਹਾਨੂੰ ਮੇਲ 'ਚ ਜਾਂ ਤੁਹਾਡੇ ਪੇਪਰ ਫਾਰਮ 'ਚ ਪ੍ਰਾਪਤ ਹੋਏ ਪੱਤਰ ਦੀ ਜ਼ਰੂਰਤ ਹੈ। ਜਿਸ ਤੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਉਸ ਲਈ ਇੱਕ ਵੱਖਰਾ ਉਪਕਰਨ, ਜੇ ਤੁਸੀਂ ਫੋਨ ਤੇ ਵੇਖ ਰਹੇ ਹੋ ਤੇ ਕੰਪਿਊਟਰ ਲੈ ਲਓ, ਜੇ ਕੰਪਿਊਟਰ ਤੇ ਵੇਖ ਰਹੇ ਹੋ ਤੇ ਇੱਕ ਦੂਜਾ ਕੰਪਿਊਟਰ ਜਾਂ ਫੋਨ ਤੇ ਇਹਨੂੰ ਆਨਲਾਈਨ ਓਪਨ ਕਰ ਲਓ। ਸਾਡੀ ਵੈਬਸਾਈਟ ਹੈ census.abs.gov.au। ਉਸ ਤੇ ਜਾਓ ਅਤੇ ਆਪਣਾ ਜਨਗਣਨਾ ਨੰਬਰ ਅਤੇ ਅਸਥਾਈ ਪਾਸਵਰਡ ਦਰਜ ਕਰੋ। ਇਹ ਤੁਹਾਡੇ ਪੱਤਰ ਜਾਂ ਕਾਗਜ਼ ਦੇ ਰੂਪ ਵਿੱਚ ਹੈ। ਤੁਹਾਨੂੰ ਇੱਕ ਨਵਾਂ ਪਾਸਵਰਡ ਬਣਾਉਣ ਲਈ ਕਿਹਾ ਜਾਵੇਗਾ। ਉਹਨਾਂ ਕਦਮਾਂ ਦੀ ਪਾਲਣਾ ਕਰੋ ਅਤੇ ਜਨਗਣਨਾ ਸ਼ੁਰੂ ਕਰਨ ਦੀ ਚੋਣ ਕਰੋ। ਜੇ ਤੁਸੀਂ ਕਾਗਜ਼ੀ ਫਾਰਮ ਦੁਆਰਾ ਪੂਰਾ ਕਰ ਰਹੇ ਹੋ ਤੇ ਆਪਣਾ ਪੇਪਰ ਫਾਰਮ ਅਤੇ ਇੱਕ ਕਾਲਾ ਜਾਂ ਨੀਲੀ ਕਲਮ ਵਾਲੀ ਪੈਨ ਲੈ ਲਓ। ਬਕਸਿਆਂ ਨੂੰ ਮਾਰਕ ਕਰਨ, ਜਿਹੜੇ ਬਾਕਸਿਸ ਨੇ ਉਹਨਾਂ ਨੂੰ ਮਾਰਕ ਕਰਦੇ ਸਮੇਂ ਇੱਕ ਖਿਤਿਜੀ ਰੇਖਾ ਦੀ ਵਰਤੋਂ ਕਰੋ, ਨਾ ਕਿ ਟਿਕ ਜਿਹੀ। ਟਿਕ ਨਹੀਂ ਲਾਉਣਾ ਹੈ, ਆਪਾਂ ਸਿੱਧੀ ਲਾਈਨ ਖਿੱਚਣੀ ਹੈ। ਕੈਪੀਟਲ ਵੱਡੇ ਅੱਖਰਾਂ ਦੀ ਵਰਤੋਂ ਕਰੋ ਅਤੇ ਪ੍ਰਤੀ ਡੱਬਾ ਸਿਰਫ ਇੱਕ ਅੱਖਰ ਲਿਖੋ। ਇੱਕ ਬਾਕਸ 'ਚ ਇੱਕ ਅੱਖਰ। ਜੇ ਤੁਸੀਂ ਨਾਂ ਦੇ ਵਿਚਕਾਰੋਂ ਜਾਂ ਕਿਤੇ ਹੋਰ ਵਿਚਕਾਰੋਂ ਸਪੇਸ ਦੇਣਾ ਹੈ ਤੇ ਤੁਸੀਂ ਇੱਕ ਬਕਸਾ ਖਾਲੀ ਛੱਡ ਦਿਓ। ਯਾਦ ਰੱਖੋ, ਤੁਹਾਨੂੰ ਆਪਣੇ ਉੱਤਰ ਅੰਗਰੇਜ਼ੀ ਵਿੱਚ ਹੀ ਲਿਖਣੇ ਨੇ। ਜੇ ਤੁਸੀਂ ਕੋਈ ਗਲਤੀ ਕਰਦੇ ਹੋ
ਤਾਂ ਤੁਸੀਂ ਉਸ ਡੱਬੇ ਰਾਹੀਂ ਇੱਕ ਵਿਕਰਨ ਰੇਖਾ ਖਿੱਚ ਸਕਦੇ ਹੋ ਅਤੇ ਅਗਲੇ ਖਾਲੀ ਥਾਂ ਤੇ ਬਾਕਸ ਨੂੰ ਭਰ ਦਿਓ। ਜੇ ਤੁਹਾਡੇ ਕੋਲ ਪੇਪਰ ਫਾਰਮ ਹਾਲੇ ਨਹੀਂ ਆਇਆ ਹੈਗਾ ਜਾਂ ਤੁਹਾਨੂੰ ਪੇਪਰ ਫਾਰਮ ਦੀ ਲੋੜ ਹੈਗੀ ਹੈ ਤੇ ਤੁਸੀਂ ਇੱਕ ਨੰਬਰ 1800512441 ਜਾਂ 1800512441 ਨੂੰ ਕਾਲ ਕਰੋ ਤੇ ਇਹ ਤੁਹਾਨੂੰ ਪੇਪਰ ਫਾਰਮ ਭੇਜ ਦੇਣਗੇ। ਕੋਈ ਇੱਕ ਹਫਤਾ ਲੱਗਦਾ ਹੈ ਤੁਹਾਨੂੰ ਮਿਲਣ 'ਚ। ਤੇ ਜੇ ਤੁਸੀਂ ਹਾਲੇ ਵੀ ਬ੍ਰੇਕ ਲੈਣਾ ਹੈਗਾ ਤਾਂ ਤੁਸੀਂ ਲੈ ਸਕਦੇ ਹੋ, ਨਹੀਂ ਤੇ ਆਪਾਂ ਹੁਣ ਫਾਰਮ ਭਰਨਾ ਸ਼ੁਰੂ ਕਰੀਏ। ਹੁਣ ਆਪਾਂ ਗੱਲ ਕਰਨੀ ਹੈ ਪਹਿਲੇ 3 ਪ੍ਰਸ਼ਨਾਂ ਦੀ। ਇਹ ਤੁਹਾਡੇ ਘਰਾਂ, ਡਵੈਲਿੰਗਸ ਜਾਂ ਘਰਾਂ ਦੀ ਗੱਲ ਕਰਦਾ ਹੈ। ਪਹਿਲਾ ਪ੍ਰਸ਼ਨ ਹੈਗਾ ਜੀ ਕਿ ਇਸ ਜਿਹੜੇ ਤੁਸੀਂ ਜਿੱਥੇ ਰਹਿੰਦੇ ਹੋ ਉਸ ਨਿਵਾਸ ਦਾ ਐਡਰੈਸ ਕੀ ਹੈ ਜਾਂ ਪਤਾ ਕੀ ਹੈ। ਆਪਾਂ ਉਸ ਐਡਰੈਸ ਦੀ ਜਿੰਨਾ ਤੋਂ ਜ਼ਿਆਦਾ ਹੋ ਸਕਦੀ ਹੈ ਉਨੀ ਡਿਟੇਲਸ ਪਾਉਣੀਆਂ ਨੇ, ਜਿਵੇਂ ਕਿ ਅਪਾਰਟਮੈਂਟ, ਫਲੈਟ ਜਾਂ ਯੂਨਿਟ ਨੰਬਰ, ਗਲੀ ਨੰਬਰ, ਉਪਨਗਰ, ਦੇਸ਼ ਜਾਂ ਪ੍ਰਦੇਸ਼, ਉਹਦਾ ਪੋਸਟ ਕੋਡ, ਤੇ ਜੇ ਤੁਹਾਡੀ ਬਿਲਡਿੰਗ ਦਾ ਕੋਈ ਨਾਂ ਹੈਗਾ ਤੇ ਉਹ ਨਾਂ। ਤੁਹਾਡੇ ਪਤੇ ਬਾਰੇ ਅੱਗੇ ਹੋਰ ਵੀ ਪ੍ਰਸ਼ਨ ਹੋਣਗੇ, ਇਹ ਆਪਾਂ ਕਰਨਾ ਹੈ। ਦੂਜਾ ਪ੍ਰਸ਼ਨ ਹੈ ਜੀ ਕਿ ਮੰਗਲਵਾਰ 10 ਅਗਸਤ ਦੀ ਰਾਤ ਇਸ ਨਿਵਾਸ ਵਿੱਚ ਕਿੰਨੇ ਬਿਤਾਈ, ਕੌਣ ਕੌਣ ਸੀਗਾ। ਤੀਜਾ ਪ੍ਰਸ਼ਨ ਹੈ ਜੀ ਕਿ ਕੁੱਲ ਮਿਲਾ ਕੇ ਕਿੰਨੇ ਲੋਕਾਂ ਨੇ ਮੰਗਲਵਾਰ 10 ਅਗਸਤ ਦੀ ਰਾਤ ਇਸ ਨਿਵਾਸ ਵਿੱਚ ਬਿਤਾਈ। ਇਹ ਸਵਾਲ ਇਹ ਪੁੱਛ ਰਿਹਾ ਹੈ ਕਿ ਘਰ ਵਿੱਚ ਕੌਣ ਰਹਿ ਰਿਹਾ ਹੈ, ਨਾਲ ਹੀ ਰਾਤੋਂ ਰਾਤ ਆਉਣ ਵਾਲੇ ਲੋਕ, ਇਸ ਲਈ ਕੋਈ ਵੀ ਖੁੰਝਿਆ ਨਹੀਂ ਹੈ। ਮਰਸ਼ੁਮਾਰੀ ਦੀ ਰਾਤ ਘਰ ਵਿੱਚ ਸੁੱਤੇ ਕਿਸੇ ਵੀ ਵਿਅਕਤੀ ਨੂੰ ਸ਼ਾਮਿਲ ਕਰੋ। ਜੇ ਕੋਈ ਵੀ ਆਪਣੇ ਘਰ 'ਚ 10 ਤਾਰੀਖ ਦੀ ਰਾਤ ਨੂੰ ਹੈਗਾ ਉਹਨੂੰ ਸ਼ਾਮਿਲ ਕਰਨਾ ਹੈਗਾ ਜੀ, ਜਿਵੇਂ ਕਿ ਤੁਸੀਂ ਆਪ, ਤੁਹਾਡੀ ਆਪਣੀ ਪਤਨੀ ਜਾਂ ਪਤੀ, ਬਾਲਕ, ਪਰਿਵਾਰ ਦੇ ਮੈਂਬਰ ਜਿਹੜੇ ਬਾਲਿਗ ਹੋ ਗਏ ਨੇ, ਬਾਲਕ ਬੱਚਿਆਂ, ਮਾਪੇ, ਭਰਾਵਾਂ, ਭੈਣਾਂ ਅਤੇ ਪਰਿਵਾਰ ਦੇ ਹੋਰ ਵੀ ਮੈਂਬਰ। ਛੋਟੇ ਬੱਚੇ ਜਿਵੇਂ ਕਿਸ਼ੋਰ ਜਾਂ ਆਪਣੇ ਬੱਚੇ ਨੇ, ਮੁੰਡੇ ਮੁੰਡੀਆਂ, ਕੁੜੀਆਂ, ਤੇ ਗੈਰ ਸੰਬੰਧੀ ਜਿਹੜੇ ਆਪਣੇ ਵਿਜ਼ਿਟਰ ਆਉਂਦੇ ਨੇ, ਘਰੇਲੂ ਕੋਈ ਤੁਹਾਡਾ ਮਿੱਤਰ ਆਇਆ ਹੋਇਆ ਹੈ ਜਾਂ ਫਲੈਟਮੇਟ ਰਹਿ ਰਿਹਾ ਹੈ ਨਾਲ ਤੁਹਾਡੇ, ਜੇ ਤਾਂ ਕੋਈ ਸੈਲਾਨੀ ਆਇਆ ਹੋਇਆ ਹੈ ਜਾਂ ਤੁਸੀਂ ਆਪਣੇ ਘਰ ਨੂੰ ਰੈਂਟ ਤੇ ਦਿੱਤਾ ਹੋਇਆ ਹੈ ਤੇ ਉਹ ਵੀ ਤੁਸੀਂ ਇਹਨਾਂ ਨੂੰ ਐਡ ਕਰਨਾ ਹੈ। ਕੋਈ ਹੋਰ ਵੀ ਵਿਅਕਤੀ ਨੂੰ ਸ਼ਾਮਿਲ ਕਰੋ ਜੀ ਜੋ ਆਮ ਤੌਰ ਤੇ ਤੁਹਾਡੇ ਘਰ ਵਿੱਚ ਰਹਿੰਦਾ ਹੈ, ਉਹਨੂੰ ਸ਼ਾਮਿਲ ਕਰਨਾ ਹੈ। ਪਰ ਜੇ ਕੋਈ ਬੰਦਾ ਤੁਹਾਡੇ ਘਰ 'ਚ ਰਹਿੰਦਾ ਹੈ ਤੇ ਉਹ ਰਾਤੀ ਕੰਮ ਕਰਨ ਗਿਆ ਹੋਇਆ ਕਿਥੇ ਆਪਣੇ, ਤੇ ਉਹਨੇ ਬੁੱਧਵਾਰ 11 ਅਗਸਤ ਨੂੰ ਮੁੜ ਆਉਣਾ ਹੈ ਘਰ ਆਪਣੇ, ਤੇ ਉਹਨੂੰ ਵੀ ਐਡ ਕਰਨਾ ਹੈ, ਕਿਉਂਕਿ ਉਹ ਆਪਣਾ ਸਿਰਫ ਕੰਮ ਤੇ ਗਿਆ ਹੈ, ਉਹਨੂੰ ਮੰਨਿਆ ਜਾਂਦਾ ਹੈ ਕਿ ਉਹ ਘਰੇ ਹੀ ਹੈਗਾ। ਹੁਣ ਆਪਾਂ ਗੱਲ ਕਰਨੀ ਹੈ ਜੀ ਪ੍ਰਸ਼ਨ 4 ਤੇ 5 ਦੀ। ਪ੍ਰਸ਼ਨ 4 ਹੈਗਾ ਜੀ ਕਿ ਮੰਗਲਵਾਰ 10 ਅਗਸਤ 2021 ਦੀ ਰਾਤ ਨੂੰ ਕੌਣ ਕਿਤੇ ਹੋਰ ਸੀਗਾ। ਜੇ ਕਿਤੇ ਹੋਰ ਚਲਾ ਗਿਆ ਹੈ ਜਾਂ ਟਰੈਵਲ ਕਰ ਰਿਹਾ ਹੈ ਜਾਂ ਕਿਤੇ ਹੋਰ ਸਟੇਟ 'ਚ ਗਿਆ ਹੈਗਾ, ਪਰ ਆਮ ਤੌਰ ਤੇ ਇਸ ਨਿਵਾਸ 'ਚ ਰਹਿੰਦਾ ਹੈ, ਜੇ ਤੁਸੀਂ ਕੰਮ ਲਈ ਜਾਂ ਫਲਾਈ ਇਨ ਫਲਾਈ ਆਊਟ ਗਿਆ ਹੋਇਆ ਹੈ ਉਸ ਤਰ੍ਹਾਂ ਦੇ, ਉਹ ਕਿੰਨੇ ਬੰਦੇ ਨੇ। ਪ੍ਰਸ਼ਨ 5 ਹੈਗਾ ਹੈ ਕਿ ਕੁੱਲ ਮਿਲਾ ਕੇ 10 ਅਗਸਤ 2021 ਮੰਗਲਵਾਰ ਦੀ ਰਾਤ ਨੂੰ ਕਿੰਨੇ ਲੋਕ ਕਿਤੇ ਹੋਰ ਸੀਗੇ, ਉਹਦੀ ਗੱਲ ਕਰਨੀ ਹੈ। ਤੁਹਾਨੂੰ ਹਰ ਉਸ ਵਿਅਕਤੀ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਜੋ ਆਮ ਤੌਰ ਤੇ ਘਰ ਵਿੱਚ ਰਹਿੰਦਾ ਹੈ ਪਰ ਜਨਗਣਨਾ ਦੀ ਰਾਤ ਨੂੰ ਕਿਤੇ ਹੋਰ ਸੀਗਾ। ਉਦਾਹਰਣ ਲਈ ਛੁੱਟੀ ਤੇ ਗਏ ਲੋਕ ਨੇ, ਜਿਨ੍ਹਾਂ ਵਿੱਚ ਵਿਦੇਸ਼ ਤੇ ਲੋਕ ਵੀ ਸ਼ਾਮਿਲ ਹਨ, ਕੋਈ ਆਸਟ੍ਰੇਲੀਆ ਤੋਂ ਬਾਹਰ ਚਲਾ ਗਿਆ ਹੈ, ਇੰਡੀਆ ਗਿਆ ਹੋਇਆ ਹੈ, ਕਿਤੇ ਹੋਰ ਵੀ ਲੋਕ ਕੰਮ ਲਈ ਹਸਪਤਾਲ ਵਿੱਚ ਜਾਂ ਕਿਸੇ ਹੋਰ ਕਾਰਨ ਰਾਤ ਜ਼ਿਆਦਾ ਸਮੇਂ ਲਈ ਦੂਰ ਨੇ, ਰਿਸ਼ਤੇਦਾਰ ਜਾਂ ਦੋਸਤਾਂ ਨਾਲ ਰਹਿਣ ਗਏ ਲੋਕੀ, ਆਪਣੇ ਬੱਚੇ ਜਿਹੜੇ ਬੋਰਡਿੰਗ ਸਕੂਲ 'ਚ ਗਏ ਨੇ, ਜਾਂ ਜਨਗਣਨਾ ਦੀ ਰਾਤ ਨੂੰ ਸਾਂਝੇ ਦੇਖਭਾਲ ਦੇ ਪ੍ਰਬੰਧਕਾਂ ਵਿੱਚ ਬੱਚੇ ਕਿਤੇ ਹੋਰ ਰਹਿ ਰਹੇ ਨੇ। ਉਹਨਾਂ ਲੋਕਾਂ ਬਾਰੇ ਵਧੇਰੇ ਪ੍ਰਸ਼ਨ ਹੋਣਗੇ ਅੱਗੇ ਜਾ ਕੇ ਜੋ ਬਾਅਦ ਵਿੱਚ ਮਰਸ਼ਮਾਰੀ ਦੀ ਰਾਤ ਨੂੰ ਘਰ ਤੋਂ ਦੂਰ ਸੀਗੇ। ਜੇ ਕੋਈ ਦੂਰ ਨਹੀਂ ਹੈ ਤਾਂ ਤੁਸੀਂ ਉਹਦਾ ਆਪਸ਼ਨ ਚੁੱਕ ਕਰ ਲਓ ਕਿ ਕੋਈ ਦੂਰ ਨਹੀਂ ਹੈ ਜੀ। ਹੁਣ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਪ੍ਰਸ਼ਨ 6 ਤੋਂ 11, ਜਿਹਦੇ ਵਿੱਚ ਪਰਸਨਲ ਇਨਫੋਰਮੇਸ਼ਨ ਦੀ ਗੱਲ ਹੋਈ ਹੈ ਆਪਣੀ,
ਤੇ ਤੁਸੀਂ ਇਹ ਚੇਤਾ ਰੱਖਿਓ ਕਿ ਜੇ ਤੁਸੀਂ ਹੁਣ ਜਿਹੜੇ ਪਹਿਲੇ ਪ੍ਰਸ਼ਨ ਗਏ ਨੇ ਉਹਦੇ ਵਿੱਚ ਵਿਅਕਤੀ ਪਹਿਲਾ ਕਿਹੜਾ ਸੀਗਾ ਤੇ ਵਿਅਕਤੀ ਦੂਜਾ ਕਿਹੜਾ ਸੀਗਾ, ਕਿ ਉਸੇ ਹਿਸਾਬ ਨਾਲ ਅੱਗੇ ਕੁਐਸਚਨ ਪੁੱਛੇ ਗਏ ਨੇ। ਵਿਅਕਤੀ ਇੱਕ ਬਾਲਕ ਹੋਣਾ ਚਾਹੀਦਾ ਹੈ ਜਿਹਦਾ ਘਰ ਤੇ ਜ਼ਿਆਦਾਤਰ ਲੋਕਾਂ ਨਾਲ ਸਾਰਥਕ ਸੰਬੰਧ ਹੈਗੇ ਨੇ। ਉਦਾਹਰਣ ਦੇ ਲਈ ਮਾਪਿਆਂ ਅਤੇ ਬੱਚਿਆਂ ਵਾਲੇ ਪਰਿਵਾਰ ਵਿੱਚ ਵਿਅਕਤੀ ਇੱਕ ਆਮ ਤੌਰ ਤੇ ਮਾਪਿਆਂ ਵਿੱਚੋਂ ਇੱਕ ਹੁੰਦਾ ਹੈ। ਕਾਗਜ਼ੀ ਫਾਰਮ ਤੇ 2 ਤੋਂ ਲੈ ਕੇ 6 ਵਿਅਕਤੀ, ਕਿਉਂਕਿ ਇੱਕ ਫਾਰਮ ਤੇ 6 ਵਿਅਕਤੀਆਂ ਨਾਲ ਦਾ ਡਿਟੇਲ ਹੀ ਪਾ ਸਕਦੇ ਨੇ ਆਪਾਂ, ਤੇ ਜੇ ਤੁਸੀਂ ਆਨਲਾਈਨ ਕਰ ਰਹੇ ਹੋ ਤੇ ਤੁਸੀਂ 25 ਵਿਅਕਤੀਆਂ ਦੀ ਡਿਟੇਲ ਤੁਸੀਂ ਇੱਕ ਆਨਲਾਈਨ ਚ ਪਾ ਸਕਦੇ ਹੋ। ਤੇ ਮਰਸ਼ੁਮਾਰੀ ਦੀ ਰਾਤ ਨੂੰ ਕਰ ਦੇ ਹੋਰ ਜਿੰਨੇ ਵੀ ਲੋਕੀ ਨੇ ਉਹ ਸਾਰੇ ਵੱਖਰੇ ਹੋ ਜਾਂਦੇ ਨੇ, ਦੂਜੇ ਹੋ ਜਾਂਦੇ ਨੇ। ਜੇ ਕਰ ਵਿੱਚ 6 ਤੋਂ ਵੱਧ ਲੋਕੀ ਹਨ ਤਾਂ ਤੁਸੀਂ ਮਰਸ਼ੁਮਾਰੀ, ਜੇ ਤੁਸੀਂ ਕਾਗਜ਼ੀ ਫਾਰਮ ਪੂਰਾ ਕਰ ਰਹੇ ਹੋ ਤੇ ਤੁਸੀਂ ਇੱਕ ਹੋਰ ਫਾਰਮ ਮੰਗਾ ਸਕਦੇ ਹੋ, ਜਾਂ ਤੇ ਜ਼ਿਆਦਾ ਵਧੀਆ ਇਹ ਹੈ ਕਿ ਤੁਸੀਂ ਆਨਲਾਈਨ ਪੂਰਾ ਕਰੋ, ਕਿਉਂਕਿ ਉਹਦੇ ਵਿੱਚ 25 ਲੋਕਾਂ ਦੀ ਡਿਟੇਲ ਪਾ ਸਕਦੇ ਨੇ। ਤੁਸੀਂ ਸਾਡੀ ਵੈਬਸਾਈਟ ਤੇ ਜਾਂ 1800130250 ਤੇ ਕਾਲ ਕਰਕੇ ਇੱਕ ਵਾਧੂ ਕਾਗਜ਼ ਫਾਰਮ ਦੀ ਬੇਨਤੀ ਕਰ ਸਕਦੇ ਹੋ। ਇਹ ਸੇਵਾ ਸਿਰਫ ਅੰਗਰੇਜ਼ੀ ਚ ਹੈ। ਤੁਸੀਂ ਆਪਣੇ ਫਾਰਮ ਨੂੰ ਦੇ ਅਗਲੇ ਪਾਸੇ ਜਨਗਣਨਾ ਨੰਬਰ ਦਰਜ ਕਰਨ ਦੀ ਜ਼ਰੂਰਤ ਹੋਏਗੀ। ਚਲੋ ਜੀ, ਹੁਣ ਆਪਾਂ ਚਲੀਏ ਪ੍ਰਸ਼ਨ 6 ਤੇ। ਉਹਨਾਂ ਮਹਿਮਾਨਾਂ ਸਮੇਤ ਹਰੇਕ ਵਿਅਕਤੀ ਦਾ ਨਾਮ ਜਿਸਨੇ ਮੰਗਲਵਾਰ 10 ਅਗਸਤ 2021 ਦੀ ਰਾਤ ਤੁਹਾਡੇ ਨਿਵਾਸ 'ਚ ਬਿਤਾਈ ਹੈ। ਇਸ ਵਿੱਚ ਵਿਅਕਤੀ ਦਾ ਪਹਿਲਾ ਜਾਂ ਦਿੱਤਾ ਗਿਆ ਨਾਂ ਅਤੇ ਉਸ ਦਾ ਉਪਨਾਂ ਜਾਂ ਪਰਿਵਾਰਿਕ ਨਾਂ ਸ਼ਾਮਿਲ ਹੁੰਦਾ ਹੈ। ਇਹ ਨਾਂ ਦੀ ਗੱਲ ਹੋ ਰਹੀ ਹੈ ਕਿ ਫਸਟ ਨੇਮ, ਸੈਕੰਡ ਨੇਮ, ਪਹਿਲਾ ਨਾਂ ਤੇ ਉਹਦਾ ਸਰਨੇਮ ਜਾਂ ਉਪਨਾਮ। ਜੇ ਘਰ ਵਿੱਚ ਕੋਈ ਬੱਚਾ ਹੈ ਜਿਹਦਾ ਹਾਲੇ ਨਾਂ ਨਹੀਂ ਦਿੱਤਾ ਗਿਆ ਤੇ ਉਹਨਾਂ ਤੁਸੀਂ ਆਪਣਾ ਬੇਬੀ ਤੇ ਉਹਦਾ ਸਰਨੇਮ ਪਾ ਸਕਦੇ ਹੋ। ਜੇ ਤੁਹਾਡੇ ਘਰ 'ਚ ਕੋਈ ਵਿਅਕਤੀ ਆਪਣਾ ਪਰਸਨਲ ਫਾਰਮ ਭਰ ਰਿਹਾ ਹੈ ਜਾਂ ਵੱਖਰਾ ਫਾਰਮ ਭਰ ਰਿਹਾ ਹੈ, ਜੇ ਤੁਹਾਨੂੰ ਪਤਾ ਹੈ, ਤੇ ਉਹਦਾ ਨਾਂ ਤੁਸੀਂ ਨਹੀਂ ਪਾਣਾ ਜੀ, ਉਹ ਆਪਣਾ ਫਾਰਮ ਆਪੇ ਭਰ ਰਿਹਾ ਹੈ। ਪ੍ਰਸ਼ਨ 7 ਹੈਗਾ ਜੀ ਕਿ ਕੀ ਵਿਅਕਤੀ ਮਰਦ ਤੇ ਫੀਮੇਲ ਜਾਂ ਦੂਜਾ ਜੈਂਡਰ ਦਾ ਹੈਗਾ ਹੈ, ਸੈਕਸ ਦਾ ਹੈਗਾ ਹੈ। ਗੈਰ ਬਾਈਨਰੀ ਸੈਕਸ ਉਹਨਾਂ ਲੋਕਾਂ ਲਈ ਹੈ ਜੋ ਸਿਰਫ ਨਰ ਜਾਂ ਮਾਦਾ, ਮੇਲ ਤੇ ਫੀਮੇਲ 'ਚ ਨਹੀਂ ਆਉਂਦੇ, ਉਹ ਆਪਣੇ ਕੁਝ ਹੋਰ ਸਮਝਦੇ ਨੇ ਆਪਣੇ ਆਪ ਨੂੰ, ਤੇ ਇਹ ਆਪਣੀ ਆਪਣੀ ਚੋਇਸ ਹੈਗੀ ਜੀ, ਆਪਣਾ ਆਪਣਾ ਮਨ ਦੀ ਗੱਲ ਹੈ। ਪ੍ਰਸ਼ਨ 8 ਹੈਗਾ ਜੀ ਕਿ ਵਿਅਕਤੀ ਦੀ ਜਨਮ ਤਾਰੀਖ ਤੇ ਉਹਦੀ ਉਮਰ ਕਿੰਨੀ ਹੈ। ਜਨਮ ਤਾਰੀਖ ਉਹ ਹੁੰਦੀ ਹੈ ਜਿਹਦੇ ਵਿੱਚ ਤੁਹਾਡਾ ਜਨਮ ਹੋਇਆ ਹੈ, ਤੇ ਉਮਰ ਉਹ ਦੱਸਣੀ ਹੈ ਕਿ ਜਿਹੜੀ ਮਰਸ਼ੁਮਾਰੀ ਦੀ ਰਾਤ 10 ਅਗਸਤ ਹੈ ਉਸ ਵਿੱਚ ਤੁਹਾਡੀ ਉਮਰ ਕਿੰਨੀ ਹੈ। ਜੇ ਵਿਅਕਤੀ ਦੀ ਉਮਰ 1 ਸਾਲ ਤੋਂ ਘੱਟ ਹੈ, ਜਿਹੜਾ ਬੱਚਾ ਹੈ, ਉਹਦੇ ਨੂੰ ਤੁਸੀਂ ਆਪਾਂ 0 ਲਿਖਣਾ ਹੈ ਉੱਤੇ। ਜੇ ਕੋਈ ਵਿਅਕਤੀ ਨੂੰ ਆਪਣੀ ਜਨਮ ਤਾਰੀਖ ਜਾਂ ਜਨਮ ਮਿਤੀ ਜਾਂ ਉਮਰ ਬਾਰੇ ਨਹੀਂ ਪਤਾ ਹੈ ਤੇ ਉਹ ਆਪਣਾ ਅਨੁਮਾਨ ਲਗਾ ਕੇ ਉੱਥੇ ਉੱਤਰ ਕਰ ਸਕਦਾ ਹੈ। ਪ੍ਰਸ਼ਨ 9 ਹੈ ਕਿ ਵਿਅਕਤੀ ਇੱਕ ਜਿਹੜਾ ਮੇਨ ਬੰਦਾ ਹੈਗਾ ਹੈ ਆਪਣੇ ਘਰ 'ਚ, ਜਾਂ ਵਿਅਕਤੀ 2 ਨਾਲ ਸੰਬੰਧ ਕੀ ਹੈ। ਜੇ ਇਕੱਲਾ ਹੈਗਾ ਹੈ ਤੇ ਉੱਥੇ ਸੰਬੰਧ ਲਿਖਣ ਦੀ ਕੋਈ ਲੋੜ ਹੈਗੀ ਨਹੀਂ ਜੀ। ਜੇ ਇੱਕ ਤੋਂ ਵੱਧ ਆਨਸਰ ਨੇ, ਸੰਬੰਧਨ ਨੇ, ਤੇ ਉਹਨਾਂ ਰਿਸ਼ਤਾਂ ਚੋਂ ਸਭ ਤੋਂ ਨੇੜੇ ਦਾ ਰਿਸ਼ਤਾ ਲਿਖਣਾ ਹੈ ਜੀ। ਜੇ ਵਿਅਕਤੀ 1 ਜਾਂ ਵਿਅਕਤੀ 2 ਨਾਲ ਸੰਬੰਧ ਜਵਾਬਾਂ ਦੇ ਵਿਕਲਪਾਂ ਵਿੱਚ ਸੂਚੀਬੱਧ ਨਹੀਂ ਹੈ ਤਾਂ ਸੰਬੰਧ ਪ੍ਰਦਾਨ ਕਰਨ ਲਈ ਕਿਰਪਾ ਕਰਕੇ ਨਿਰਧਾਰਿਤ ਕਰੋ ਤੇ ਉੱਥੇ ਬਾਕਸ ਜਿਹੜੇ ਨੇ ਉਹਨਾਂ ਦੀ ਯੂਜ਼ ਕਰੋ, ਵਰਤੋਂ ਕਰੋ ਉਹਨਾਂ ਦੀ। ਪ੍ਰਸ਼ਨ 10 ਹੈਗਾ ਕਿ ਵਿਅਕਤੀ ਦੀ ਮੌਜੂਦਾ ਵਿਆਹੁਤਾ ਸਥਿਤੀ ਕੀ ਹੈ, ਕਿ ਉਹਦਾ ਮੈਰਿਡ ਸਟੇਟਸ ਕੀ ਹੈ। ਜਿਹੜੇ ਨੇ ਵਿਆਹ ਕੀਤਾ ਹੋਇਆ ਹੈ, ਜਿਹੜਾ ਰਜਿਸਟਰਡ ਵਿਆਹ ਹੈ, ਉਹ ਆਪਣਾ ਵਿਆਹਾਂ ਵਿਖਾਉਣ। ਜੇ ਕੋਈ ਵਿਅਕਤੀ ਬੱਚਾ ਹੈ ਤੇ ਇਸ ਲਈ ਹਜੇ ਵਿਆਹਿਆ ਨਹੀਂ ਹੈ, ਉਹਨੂੰ ਕਦੇ ਵਿਆਹ ਨਾ ਕਰੋ ਦੀ ਚੋਣ ਕਰੋ। ਜੇ ਵਿਅਕਤੀ ਤਲਾਕਸ਼ੁਦਾ ਹੈਗਾ ਹੈ ਤੇ ਹਾਲੇ ਉਹਨੇ ਵਿਆਹ ਨਹੀਂ ਕਰਾਇਆ ਹੈ ਜਾਂ ਦੁਬਾਰਾ ਵਿਆਹ ਕਰਾ ਲਿਆ ਹੈ, ਜੇ ਪਹਿਲੇ ਤਲਾਕ ਹੋ ਗਿਆ ਹੁਣ ਦੁਬਾਰਾ ਵਿਆਹ ਕਰਾ ਲਿਆ ਹੈ, ਤਾਂ ਉਹਨੂੰ ਵਿਆਹਿਆ ਲਿਖਣਾ ਹੈ। ਪਰ ਜੇ ਉਹਨੇ ਪਹਿਲੇ ਤਲਾਕ ਕਰਾਇਆ ਹੈ ਤੇ ਹਾਲੇ ਵਿਆਹ ਨਹੀਂ ਹੋਇਆ, ਰਿਲੇਸ਼ਨਸ਼ਿਪ ਵਿੱਚ ਹੀ ਹੈ, ਉਹਨੂੰ ਤਲਾਕਸ਼ੁਦਾ ਹੀ ਲਿਖਣਾ ਹੈ।
ਜੇ ਉਹ ਵਿਅਕਤੀ ਕਿਸੇ ਡੀ ਫੈਕਟੋ ਰਿਲੇਸ਼ਨਸ਼ਿਪ, ਜਿਹੜਾ ਉਹਨੂੰ ਕਹਿੰਦੇ ਨੇ ਕਿ ਅਸਲ ਵਿੱਚ ਰਿਸ਼ਤੇ 'ਚ ਹੈ ਪਰ ਹਾਲੇ ਵਿਆਹ ਨਹੀਂ ਕਰਾਇਆ, ਵਿਆਹ ਨੂੰ ਰਜਿਸਟਰ ਨਹੀਂ ਕਰਾਇਆ, ਉਹਨੂੰ ਹਾਲੇ ਵੀ ਅਨਮੈਰਿਡ ਹੀ ਲਿਖਣਾ ਹੈ ਜਾਂ ਕਦੇ ਵਿਆਹ ਨਾ ਕਰਾਇਆ ਲਿਖਣਾ ਹੈ। ਪ੍ਰਸ਼ਨ 11 ਹੈ ਜੀ ਕਿ ਕੀ ਆਦੀਵਾਸੀ ਜਾਂ ਆਪਣਾ ਜਿਹੜਾ ਕਹਿੰਦੇ ਨੇ ਐਬੋਰੀਜਨਲ ਤੇ ਟੋਰਸ ਸਟ੍ਰੇਟ ਆਈਲੈਂਡਰਸ, ਉਹਨਾਂ ਦੀ ਆਪਾਂ ਉਹ ਮੰਨਦੇ ਨੇ ਆਪਾਂ ਨੂੰ, ਤੇ ਉਹ ਤੁਸੀਂ ਆਪਣੀ ਚੋਇਸ ਹੈਗੀ ਹੈ ਜੀ। ਤੇ ਤੁਸੀਂ ਮੰਨਦੇ ਹੋ ਤਾਂ ਲਿਖ ਸਕਦੇ ਹੋ। ਹੁਣ ਆਪਾਂ ਗੱਲ ਕਰੀਏ ਪ੍ਰਸ਼ਨ 12 ਦੀ, ਤੇ ਕੁਐਸਚਨ ਤੇ ਪ੍ਰਸ਼ਨ ਹੈਗਾ ਜੀ ਕਿ ਵਿਅਕਤੀ ਆਮ ਤੌਰ ਤੇ ਕਿੱਥੇ ਰਹਿੰਦਾ ਹੈ। ਜੇ ਤੁਸੀਂ ਆਪਣੇ ਆਮ ਪਤੇ ਤੇ ਜਨਗਣਨਾ ਨੂੰ ਪੂਰਾ ਕਰ ਰਹੇ ਹੋ ਤਾਂ ਕਾਗਜ਼ੀ ਫਾਰਮ ਦੇ ਪ੍ਰਸ਼ਨ 1 ਦੇ ਸਮਾਨ ਦੀ ਨਿਸ਼ਾਨਦੇਹੀ ਕਰੋ, ਕਿਉਂਕਿ ਆਪਣਾ ਐਡਰੈਸ ਪਹਿਲੇ ਦੇ ਚੁੱਕੇ ਹਾਂ ਪ੍ਰਸ਼ਨ 1 'ਚ। ਜੇ ਤੁਸੀਂ ਮਰਸ਼ੁਮਾਰੀ ਨੂੰ ਆਨਲਾਈਨ ਪੂਰਾ ਕਰ ਰਹੇ ਹੋ ਤਾਂ ਪਹਿਲੇ ਪ੍ਰਸ਼ਨ ਵਿੱਚ ਦਾਖਲ ਕੀਤੇ ਪਤੇ ਨੂੰ ਪਹਿਲੀ ਵਿਕਲਪ ਵਿੱਚੋਂ ਸੂਚੀਬੱਧ ਕਰੋ। ਜੇ ਤੁਸੀਂ ਹੋਰ ਪਤੇ ਤੇ ਰਹਿ ਰਹੇ ਹੋ ਜਾਂ ਆਸਟ੍ਰੇਲੀਆ ਵਿੱਚ ਹੋਰ ਕਿਤੇ ਤੇ ਨਿਸ਼ਾਨ ਲਗਾਓ ਜੇ ਪਤੇ ਦੇ ਵੇਰਵੇ ਪੂਰੇ ਕਰੋ। ਆਪਣਾ ਨਵਾਂ ਪਤਾ ਦੇਣਾ ਅਗਰ ਤੁਸੀਂ ਕਿਸੇ ਹੋਰ ਦੇ ਘਰ 'ਚ ਰਹਿ ਰਹੇ ਹੋ ਤੇ ਤੁਹਾਡਾ ਘਰ ਕਿਤੇ ਹੋਰ ਹੈਗਾ। ਉਹਨਾਂ ਲੋਕਾਂ ਲਈ ਜੋ ਆਮ ਤੌਰ ਤੇ ਕਿਸੇ ਹੋਰ ਦੇਸ਼ ਵਿੱਚ ਰਹਿੰਦੇ ਨੇ ਤੇ ਇੱਥੇ ਘੁੰਮਣ ਆਏ ਨੇ, ਜਾਂ ਆਪਾਂ ਟਰੈਵਲ ਏਜੰਟ ਟਰੈਵਲਰਸ ਨੇ, ਵਿਜ਼ਿਟਰਸ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਨੇ, ਅਤੇ ਜੋ 1 ਸਾਲ ਤੋਂ ਘੱਟ ਸਮੇਂ ਲਈ ਆਸਟ੍ਰੇਲੀਆ ਆ ਰਹੇ ਹਨ, ਉਹ ਦੂਜਾ ਦੇਸ਼ ਚੋਣ ਕਰਨ। ਹੁਣ ਪ੍ਰਸ਼ਨ 13 ਤੇ 14 ਉਹ ਹੈਗਾ ਕਿ ਆਪਣੇ ਜਿਹੜੇ ਬੰਦੇ ਨੇ ਘਰ 'ਚ ਉਹ ਪਹਿਲੇ ਕਿੱਥੇ ਸੀਗੇ। ਪ੍ਰਸ਼ਨ 13 ਹੈ ਜੀ ਕਿ ਉਹ ਵਿਅਕਤੀ ਆਮ ਤੌਰ ਤੇ 1 ਸਾਲ ਪਹਿਲਾਂ ਕਿੱਥੇ ਰਹਿੰਦਾ ਸੀਗਾ। ਮਤਲਬ ਕਿ ਅਗਰ 10 ਅਗਸਤ 2021 ਨੂੰ ਆਪਾਂ ਗੱਲ ਕਰ ਰਹੇ ਨੇ ਤੇ ਉਹ 10 ਅਗਸਤ 2020 ਨੂੰ ਕਿੱਥੇ ਸੀਗਾ। ਤੇ ਪ੍ਰਸ਼ਨ 14 ਹੈਗਾ ਕਿ ਉਹ ਵਿਅਕਤੀ ਆਮ ਤੌਰ ਤੇ 5 ਸਾਲ ਪਹਿਲਾਂ ਕਿੱਥੇ ਸੀਗਾ, ਜੇ 10 ਅਗਸਤ 2016 ਨੂੰ ਕਿੱਥੇ ਸੀਗਾ। ਇਹ ਪੁੱਛਣਾ ਕਿ ਉਹ ਵਿਅਕਤੀ 1 ਸਾਲ ਤੋਂ ਪਹਿਲਾਂ ਤੇ 5 ਸਾਲ ਤੋਂ ਪਹਿਲਾਂ ਕਿੱਥੇ ਸੀਗਾ, ਇਹ ਸਾਨੂੰ ਇਹ ਸਮਝਣ 'ਚ ਸਹਾਇਤਾ ਕਰਦਾ ਹੈ ਕਿ ਲੋਕ ਥੋੜੇ ਸਮੇਂ ਵਿੱਚ ਸਥਾਨਾਂ ਦੇ ਵਿਚਕਾਰ ਕਿਵੇਂ ਚੱਲ ਰਹੇ ਨੇ। ਇਹ ਸਾਨੂੰ ਥੋੜੇ ਸਮੇਂ ਦੇ ਪ੍ਰਵਾਸ ਅਤੇ ਪੈਟਰਨਾਂ ਬਾਰੇ ਦੱਸ ਸਕਦਾ ਹੈ ਤੇ ਉਹਨਾਂ ਦਾ ਸਮਾਜ ਤੇ ਪ੍ਰਭਾਵ ਕੀ ਪੈਂਦਾ ਹੈ। 5 ਸਾਲ ਪਹਿਲਾਂ ਕੋਈ ਕਿੱਥੇ ਰਹਿੰਦਾ ਸੀਗਾ, ਇਸ ਬਾਰੇ ਜਾਣਕਾਰੀ ਸਾਨੂੰ ਦੱਸਦੀ ਹੈ ਕਿ ਪਿਛਲੀ ਮਰਸ਼ੁਮਾਰੀ ਤੋਂ ਬਾਅਦ ਕਿੰਨੇ ਲੋਕਾਂ ਨੇ ਸਥਾਨ ਬਦਲਿਆ ਹੈ। ਸਮੇਂ ਦੇ ਨਾਲ ਆਬਾਦੀ ਦੀਆਂ ਗਤੀਵਿਧੀਆਂ ਨੂੰ ਸਮਝਣ ਲਈ ਸਾਡੀ ਮਦਦ ਕਰਦਾ ਹੈ ਤੇ ਇਹ ਬਹੁਤ ਜ਼ਰੂਰੀ ਹੈ। ਪਤੇ ਲਈ ਜਿੰਨੀ ਸੰਭਵ ਹੋ ਸਕੇ ਉਨੇ ਵਧੇਰੀ ਜਾਣਕਾਰੀ ਪ੍ਰਦਾਨ ਕਰੋ ਜੀ। ਹੁਣ ਆਪਾਂ ਗੱਲ ਕਰਨੀ ਹੈ ਜੀ ਆਪਣੇ ਹੈਰੀਟੇਜ ਦੀ ਜਾਂ ਆਪਣੀ ਐਂਸੈਸਟਰੀ ਦੀ। ਤੇ ਪ੍ਰਸ਼ਨ 15 ਜਿਹੜਾ ਹੈ ਉਹ ਕਹਿੰਦਾ ਹੈ ਕਿ ਉਹ ਵਿਅਕਤੀ ਆਸਟ੍ਰੇਲੀਆ ਦਾ ਨਾਗਰਿਕ ਹੈ ਜਾਂ ਨਹੀਂ ਹੈ। ਜੇ ਉਹ ਵਿਅਕਤੀ ਆਸਟ੍ਰੇਲੀਆ ਦਾ ਨਾਗਰਿਕ ਹੈ ਜਾਂ ਸਿਟੀਜ਼ਨ ਹੈ ਤਾਂ ਆਸਟ੍ਰੇਲੀਅਨ ਸਿਟੀਜ਼ਨ ਦੀ ਚੋਣ ਕਰੋ, ਨਹੀਂ ਤੇ ਨਹੀਂ ਕਰੋ। ਜੇ ਵਿਅਕਤੀ ਕੋਲ ਦੋਹਰੀ ਨਾਗਰਿਕਤਾ ਹੈ ਜਾਂ ਡੂਅਲ ਸਿਟੀਜ਼ਨਸ਼ਿਪ ਹੈ, ਜੇ ਆਪਾਂ ਬ੍ਰਿਟਿਸ਼ ਯੂਕੇ ਤੋਂ ਆਏ ਨੇ ਤੇ ਉਹਨਾਂ ਕੋਲ ਡੂਅਲ ਸਿਟੀਜ਼ਨਸ਼ਿਪ ਹੈ, ਜਾਂ ਨਿਊਜ਼ੀਲੈਂਡ ਤੋਂ ਆਏ ਨੇ, ਇਸ ਤਰ੍ਹਾਂ ਦੇ ਜਿਹੜੇ ਉਦਾਹਰਣ ਨੇ ਕਿ ਜੇ ਵਿਅਕਤੀ ਕੋਲ ਦੋਹਰੀ ਨਾਗਰਿਕਤਾ ਹੈ ਅਤੇ ਇੱਕ ਆਸਟ੍ਰੇਲੀਆਈ ਹੈ ਤੇ ਹਾਂ ਆਸਟ੍ਰੇਲੀਅਨ ਨਾਗਰਿਕ ਦੀ ਚੂਜ਼ ਕਰਨੀ ਹੈ ਤੇ ਆਪਣੀ ਆਪਣੀ ਚੋਣ ਕਰਨੀ ਹੈ। ਪ੍ਰਸ਼ਨ 16 ਹੈ ਜੀ ਕਿ ਵਿਅਕਤੀ ਦਾ ਜਨਮ ਕਿਸ ਦੇਸ਼ 'ਚ ਹੋਇਆ ਹੈ। ਇਹਦੇ ਵਿੱਚ ਆਪਾਂ ਕੁਝ ਆਪਸ਼ਨਸ ਦਿੱਤੇ ਨੇ: ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਇੰਡੀਆ, ਫਿਲੀਪੀਨਸ, ਵੀਅਤਨਾਮ ਅਤੇ ਇਟਲੀ। ਜੇ ਵਿਅਕਤੀ ਦਾ ਜਨਮ ਦੇਸ਼ ਸੂਚੀਬੱਧ ਨਹੀਂ ਹੈਗਾ, ਜੇ ਉੱਤੇ ਜਿਹੜੇ ਆਪਸ਼ਨਸ ਨੇ ਉਹਦੇ ਵਿੱਚ ਨਹੀਂ ਹੈਗਾ ਤਾਂ ਹੋਰ ਨੂੰ ਟਿਕ ਕਰਕੇ ਬਾਕਸ ਵਿੱਚ ਦੇਸ਼ ਦਾ ਨਾਮ ਪ੍ਰਦਾਨ ਕਰੋ ਤੇ ਇਹ ਕਰਨਾ ਹੈ। ਪ੍ਰਸ਼ਨ 17 ਜਾਂ 17 ਹੈਗਾ ਹੈ ਕਿ ਕਿਸ ਸਾਲ ਵਿੱਚ ਵਿਅਕਤੀ ਆਸਟ੍ਰੇਲੀਆ ਵਿੱਚ 1 ਸਾਲ ਜਾਂ ਇਸ ਤੋਂ ਵੱਧ ਰਹਿਣ ਲਈ ਪਹਿਲੀ ਵਾਰੀ ਆਇਆ ਸੀਗਾ। ਇਹ ਪਹਿਲੀ ਵਾਰੀ ਜਦੋਂ ਆਇਆ ਆਪਾਂ ਉਹ ਲਿਖਣਾ ਹੈ ਜੀ। ਇਹ ਪ੍ਰਸ਼ਨ ਸਿਰਫ ਇਹ ਪੁੱਛਿਆ ਜਾਂਦਾ ਹੈ ਕਿ ਉਹ ਵਿਅਕਤੀ ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਏ ਬੰਦਿਆਂ ਲਈ ਹੈ। ਜਿਹੜਾ ਇੱਥੇ ਪੈਦਾ ਹੋਏ ਨੇ ਉਹ ਤੇ ਇੱਥੇ ਹੀ ਪੈਦਾ ਹੋਏ ਨੇ। ਜਿਹੜੇ ਬਾਹਰੋਂ ਆਏ ਨੇ ਉਹ ਪਹਿਲੀ ਵਾਰੀ 1 ਸਾਲ ਤੋਂ ਜ਼ਿਆਦਾ ਰਹਿਣ ਲਈ ਕਦੋਂ ਆਏ ਸੀਗੇ, ਉਹ ਸਾਲ ਪ੍ਰਦਾਨ ਕਰੋ ਤੇ ਜਦੋਂ ਵਿਅਕਤੀ ਪਹਿਲੀ ਵਾਰੀ ਆਸਟ੍ਰੇਲੀਆ ਆਇਆ ਸੀਗਾ। ਇਹ ਆਪਾਂ ਉਹ ਨਹੀਂ ਕਰਨਾ ਕਿ ਜਦੋਂ ਆਪਾਂ ਆਸਟ੍ਰੇਲੀਆ ਵਿੱਚ ਲਾਸਟ ਆਏ ਸੀਗੇ। ਹੁਣ ਆਪਾਂ ਜਾਂਦੇ ਰਹਿੰਦੇ ਘੁੰਮਣ, ਲਾਸਟ ਆਏ 2016, ਪਹਿਲੀ ਵਾਰੀ ਆਏ ਮੰਨ ਲਓ 2012 ਤੇ 2012 ਲਿਖਣਾ ਜੀ।
ਤੇ ਅੱਗੇ ਚੱਲਦੇ ਹੋਏ ਆਪਾਂ ਪਿਤਾ ਅਤੇ ਮਾਂ ਦਾ ਜਨਮ ਦਾ ਦੇਸ਼ ਦੀ ਗੱਲ ਕਰਨੀ ਹੈ। ਪ੍ਰਸ਼ਨ 18 ਹੈ ਜੀ ਕਿ ਕਿਸ ਵਿਅਕਤੀ ਦੇ ਪਿਤਾ ਦਾ ਜਨਮ ਹੋਇਆ ਸੀਗਾ। ਤੇ ਮਤਲਬ ਪਿਤਾ ਦੇ ਜਨਮ ਦਾ ਦੇਸ਼ ਕੀ ਹੈ। ਤੇ ਪ੍ਰਸ਼ਨ 19 ਹੈ ਕਿ ਵਿਅਕਤੀ ਦੀ ਮਾਂ ਦਾ ਜਨਮ ਕਿਸ ਦੇਸ਼ 'ਚ ਹੋਇਆ ਹੈ। ਇਹ ਐਂਸੈਸਟਰੀ ਵਾਲੇ ਗੱਲ ਹੋ ਰਹੀ ਹੈ। ਜਨਮ ਤੇ ਉਹਨਾਂ ਦੇ ਸਾਰੇ ਦੇਸ਼ਾਂ ਲਈ ਜੋ ਆਸਟ੍ਰੇਲੀਆ ਨਹੀਂ ਹਨ, ਹੋਰ ਕਰਕੇ ਉਹਨਾਂ ਦਾ ਐਡਰੈਸ ਲਿਖਣਾ ਹੈ, ਨਾਂ ਲਿਖਣਾ ਹੈ ਦੇਸ਼ ਦਾ। ਪ੍ਰਸ਼ਨ 20 ਹੈਗਾ ਕਿ ਕੀ ਵਿਅਕਤੀ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਵੀ ਬੋਲਦਾ ਹੈ, ਜਿਵੇਂ ਆਪਣੀ ਘਰ ਦੀ ਬੋਲੀ ਹੁੰਦੀ ਹੈ, ਮਾਂ ਬੋਲੀ ਹੁੰਦੀ ਹੈ, ਉਹਦੇ ਬਾਰੇ ਪੁੱਛ ਰਹੇ ਨੇ ਕਿ ਜੇ ਵਿਅਕਤੀ ਸਿਰਫ ਘਰ ਵਿੱਚ ਅੰਗਰੇਜ਼ੀ ਦੀ ਵਰਤੋਂ ਕਰਦਾ ਹੈ ਤਾਂ ਨਹੀਂ ਸਿਰਫ ਅੰਗਰੇਜ਼ੀ 'ਚ ਚੋਣ ਕਰੋ, ਭਾਵੇਂ ਉਹ ਕੋਈ ਹੋਰ ਭਾਸ਼ਾ ਵੀ ਬੋਲ ਸਕਦੇ ਹਨ। ਜੇ ਤੁਸੀਂ ਆਪਣੀ ਸਿਰਫ ਅੰਗਰੇਜ਼ੀ ਇਸਤੇਮਾਲ ਕਰਦੇ ਹੋ ਘਰ 'ਚ ਤੇ ਸਿਰਫ ਅੰਗਰੇਜ਼ੀ ਲਿਖੋ, ਨਹੀਂ ਤੇ ਹੋਰ ਵੀ ਆਪਸ਼ਨਸ ਨੇ ਤੁਹਾਡੇ ਕੋਲ। ਮੈਂਡਰਿਨ ਹੈ, ਅਰਬੀ ਹੈ, ਕੈਂਟੋਨੀਜ਼, ਵੀਅਤਨਾਮੀ, ਇਟਾਲੀਅਨ, ਗ੍ਰੀਕ ਤੇ ਇਸ ਤੋਂ ਇਲਾਵਾ ਕੋਈ ਹੋਰ ਭਾਸ਼ਾ ਹੈ ਜਾਂ ਪੰਜਾਬੀ ਹੈ ਜਾਂ ਹਿੰਦੀ ਹੈ ਜਾਂ ਕੋਈ ਹੋਰ ਭਾਸ਼ਾ ਹੈਗੀ ਹੈ ਤੇ ਉਸ ਲਈ ਤੁਸੀਂ ਟਿਕ ਮਾਰ ਕੇ ਆਪਣੇ ਆਨਸਰ ਜਿਹੜਾ ਹੈ ਉਹ ਬਾਕਸ 'ਚ ਪਾ ਦਿਓ। ਜੇ ਅੰਗਰੇਜ਼ੀ ਤੋਂ ਇਲਾਵਾ ਇੱਕ ਤੋਂ ਵੱਧ ਭਾਸ਼ਾਵਾਂ ਤੁਸੀਂ ਬੋਲ ਸਕਦੇ ਹੋ ਜਾਂ ਘਰ 'ਚੋਂ ਵਰਤੋਂ ਕਰਦੇ ਹੋ ਤਾਂ ਉਹ ਭਾਸ਼ਾ ਦਾ ਪ੍ਰਦਾਨ ਕਰੋ ਜੋ ਅਕਸਰ ਵਰਤੀ ਜਾਂਦੀ ਹੈ। ਜਿਵੇਂ ਘਰਾਂ 'ਚ ਹੁੰਦਾ ਕਿ ਹਿੰਦੀ ਤੇ ਪੰਜਾਬੀ ਦੋਵੇਂ ਬੋਲ ਸਕਦੇ ਨੇ ਤੇ ਆਪਾਂ ਪੰਜਾਬੀ ਜ਼ਿਆਦਾ ਯੂਜ਼ ਕਰਦੇ ਨੇ ਤੇ ਪੰਜਾਬੀ ਦੀ ਉੱਥੇ ਲਿਖਣਾ ਹੈ ਜੀ। ਜੇ ਹਿੰਦੀ ਜ਼ਿਆਦਾ ਯੂਜ਼ ਕਰਦੇ ਹੋ ਤੇ ਹਿੰਦੀ ਲਿਖੋ। ਜੇ ਵਿਅਕਤੀ ਇਕੱਲਾ ਹੀ ਰਹਿੰਦਾ ਹੈ ਤਾਂ ਉਹ ਉਸ ਭਾਸ਼ਾ ਨਾਲ ਉੱਤਰ ਦੇਵੇ ਜਿਸ ਦੀ ਉਹ ਆਮ ਤੌਰ ਤੇ ਆਪਣੇ ਘਰ ਦੇ ਮਹਿਮਾਨਾਂ ਨਾਲ ਗੱਲ ਕਰਦਾ ਹੈ। ਕੋਈ ਤੁਹਾਡੇ ਘਰ 'ਚ ਕੋਈ ਆਉਂਦਾ ਹੈ ਤੇ ਆਪਾਂ ਕਿਹੜੀ ਭਾਸ਼ਾ ਉਹਦੇ ਨਾਲ ਯੂਜ਼ ਕਰਦੇ ਨੇ ਤੇ ਵਰਤੋਂ ਕਰਦੇ ਨੇ। ਪ੍ਰਸ਼ਨ 21 ਹੈਗਾ ਹੈ ਕਿ ਵਿਅਕਤੀ ਅੰਗਰੇਜ਼ੀ ਕਿੰਨੀ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਹ ਪ੍ਰਸ਼ਨ ਸਿਰਫ ਉਹਨਾਂ ਲੋਕਾਂ ਲਈ ਪੁੱਛਿਆ ਜਾਂਦਾ ਹੈ ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਦੂਜੀ ਭਾਸ਼ਾ ਦੀ ਵਰਤੋਂ ਕਰਦੇ ਨੇ। ਜਿਹੜਾ ਫਾਰਮ ਹੈ ਉਹਦੇ ਵਿੱਚ ਆਪਸ਼ਨਸ ਨੇ ਕਿ ਬਹੁਤ ਚੰਗੀ ਤਰ੍ਹਾਂ ਬੋਲ ਸਕਦੇ ਨੇ, ਠੀਕ ਬੋਲ ਸਕਦੇ ਨੇ, ਠੀਕ ਨਹੀਂ ਬੋਲ ਸਕਦੇ ਨੇ ਜਾਂ ਬਿਲਕੁਲ ਹੀ ਅੰਗਰੇਜ਼ੀ ਨਹੀਂ ਬੋਲ ਸਕਦੇ ਨੇ। ਪ੍ਰਸ਼ਨ 22 ਹੈਗਾ ਹੈ ਕਿ ਵਿਅਕਤੀ ਦਾ ਵੰਸ਼ ਕੀ ਹੈ। ਸਿਰਫ ਦੋ ਪੁਰਖਿਆਂ ਦੀ ਪ੍ਰਦਾਨ ਕਰੋ। ਜੇ ਦੋ ਤੋਂ ਵੱਧ ਵੰਸ਼ ਲਾਗੂ ਹੁੰਦੇ ਹਨ ਤਾਂ ਦੋ ਪੁਰਖਿਆਂ ਨੂੰ ਪ੍ਰਦਾਨ ਕਰੋ ਜਿਨ੍ਹਾਂ ਨੂੰ ਵਿਅਕਤੀ ਸਭ ਤੋਂ ਨੇੜੇ ਪਛਾਣਦਾ ਹੈ। ਵੰਸ਼ਾਵਲੀ ਵਿਅਕਤੀ ਦੇ ਨਸਲੀ ਜਾਂ ਸੱਭਿਆਚਾਰਿਕ ਮੂਲ ਨੂੰ ਦਰਸਾਉਂਦੀ ਹੈ ਅਤੇ ਇਸ ਨੂੰ ਉਹਨਾਂ ਦੇ ਮਾਪਿਆਂ ਜਾਂ ਦਾਦਾ ਦਾਦੀ ਦੇ ਪਿਛੋਕੜ ਵਜੋਂ ਵਿਚਾਰਿਆ ਜਾ ਸਕਦਾ ਹੈ। ਫਾਰਮ ਵਿੱਚ ਕੁਝ ਆਪਸ਼ਨ ਵੀ ਨੇ, ਅੰਗਰੇਜ਼ੀ, ਆਇਰਿਸ਼, ਸਕਾਟਿਸ਼, ਚਾਈਨੀਜ਼, ਇਟਾਲੀਅਨ, ਜਰਮਨ ਜਾਂ ਅਬੋਰੀਜਨਲ ਐਂਡ ਟੋਰਸ ਸਟ੍ਰੇਟ ਆਈਲੈਂਡਸ। ਇਹ ਆਪਸ਼ਨ ਦਿੱਤੇ ਨੇ, ਤੁਸੀਂ ਬਾਕਸ 'ਚ ਆਪਣੀ ਐਂਸੈਸਟਰੀ ਪਾ ਸਕਦੇ ਹੋ ਜਾਂ ਆਪਣਾ ਪਿਛੋਕੜ ਪਾ ਸਕਦੇ ਹੋ। ਪ੍ਰਸ਼ਨ 23 ਹੈਗਾ ਜੀ ਕਿ ਵਿਅਕਤੀ ਦਾ ਧਰਮ ਕੀ ਹੈ। ਇਹ ਪ੍ਰਸ਼ਨ ਦਾ ਉੱਤਰ ਦੇਣਾ ਆਪਸ਼ਨਲ ਹੈ, ਵਿਕਲਪਿਕ ਹੈ, ਤੁਹਾਡੇ ਉੱਤੇ ਹੈਗਾ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ ਹੋ। ਇਹਦੇ 'ਚ ਕੋਈ ਆਪਸ਼ਨ ਦਿੱਤੇ ਹੋਏ ਨੇ ਜਿਵੇਂ ਕੈਥੋਲਿਕ, ਐਂਗਲੀਕਨ ਜਾਂ ਇਸਲਾਮ, ਬੁੱਧ ਤੇ ਆਪਣਾ ਅਗਰ ਜੇ ਆਪਣਾ ਸਿੱਖ ਪਾਣਾ ਹੈ ਜਾਂ ਹਿੰਦੂ ਪਾਣਾ ਹੈ ਤਾਂ ਤੁਸੀਂ ਆਪ ਨੂੰ ਹਿੰਦੂ ਦਾ ਆਪਸ਼ਨ ਦਿੱਤਾ ਹੋਇਆ ਹੈ। ਤੁਸੀਂ ਅਗਰ ਸਿੱਖ ਪਾਣਾ ਹੈ ਤੇ ਬਾਕਸ 'ਚ ਪਾ ਸਕਦੇ ਹੋ। ਦੂਜੇ ਧਰਮਾਂ ਲਈ ਹੋਰ ਵਿਕਲਪ ਦਾ ਆਪਸ਼ਨ ਚੂਜ਼ ਕਰੋ ਤੇ ਉਹਦੇ 'ਚ ਪਾ ਦਿਓ। ਹੁਣ ਅਗਲੇ ਜਿਹੜੇ 2-3 ਕੁਐਸਚਨ ਨੇ 24, 25 ਤੇ 26, ਇਹ ਪ੍ਰਸ਼ਨ ਉਸ ਬਾਰੇ ਪੁੱਛਦੇ ਨੇ ਕਿ ਸਾਨੂੰ ਕਮਿਊਨਿਟੀ ਸਪੋਰਟ ਜਾਂ ਕਿਸ ਤਰ੍ਹਾਂ ਦੀ ਸਪੋਰਟ ਦੀ ਕਿਸੇ ਨੂੰ ਲੋੜ ਹੈਗੀ ਜਾਂ ਨਹੀਂ। ਪ੍ਰਸ਼ਨ 24 ਇਹ ਪੁੱਛਦਾ ਹੈ ਕਿ ਕੀ ਵਿਅਕਤੀ ਨੂੰ ਸਵੈ ਸੰਭਾਲ ਜਾਂ ਆਪਣੀ ਸੰਭਾਲ ਦੀਆਂ ਗਤੀਵਿਧੀਆਂ ਕਰਨ ਲਈ ਕਿਸੇ ਹੋਰ ਦੀ ਮਦਦ ਚਾਹੀਦੀ ਹੁੰਦੀ ਹੈ ਜਾਂ ਉਹਨਾਂ ਦੇ ਨਾਲ ਰਹਿਣ ਦੀ ਜ਼ਰੂਰਤ ਹੁੰਦੀ ਹੈ। ਉਦਾਹਰਣ ਦੇ ਲਈ ਰੋਜ਼ਾਨਾ ਦੀਆਂ ਗਤੀਵਿਧੀਆਂ ਜਿਵੇਂ ਖਾਣਾ, ਨਹਾਉਣਾ, ਕੱਪੜੇ ਧੋਣਾ ਜਾਂ ਟਾਇਲਟ ਕਰਨਾ। ਉਹ ਲੋਕ ਜੋ ਘਰ ਵਿੱਚ ਆਪਣੀ ਦੇਖਭਾਲ ਕਰ ਸਕਦੇ ਹਨ ਪਰ ਕਰਿਆਨੇ ਦੀ ਖਰੀਦਦਾਰੀ ਜਾਂ ਹੋਰ ਨੌਕਰੀਆਂ ਵਿੱਚ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ, ਉਹਨੂੰ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਆਪਾਂ ਸਿਰਫ ਘਰ ਦੀ ਗੱਲ ਕਰ ਰਹੇ ਨੇ। ਉੱਥੇ ਆਪਾਂ ਤੁਸੀਂ ਪਾ ਸਕਦੇ ਹੋ। ਪ੍ਰਸ਼ਨ 25 ਹੈ ਜੀ ਕਿ ਕੀ ਵਿਅਕਤੀ ਨੂੰ ਸਰੀਰ ਦੀ ਗਤੀਵਿਧੀਆਂ ਦੀਆਂ ਸਹਾਇਤਾ ਕਰਨ ਲਈ ਜਾਂ ਉਹਨਾਂ ਦੇ ਨਾਲ ਰਹਿਣ ਲਈ
ਕਦੇ ਕਿਸੇ ਦੀ ਜ਼ਰੂਰਤ ਹੁੰਦੀ ਹੈ, ਕਦੇ ਕਦਾਈ। ਇਹ ਪ੍ਰਸ਼ਨ ਵਿੱਚ ਉਸ ਵਿਅਕਤੀ ਦੀ ਮਦਦ ਬਾਰੇ ਹੈ ਜਿਸ ਨੂੰ ਉਹਦੇ ਸਰੀਰ ਨੂੰ ਹਿਲਾਉਣ ਦੀ ਜ਼ਰੂਰਤ ਪੈਂਦੀ ਹੈ। ਉਦਾਹਰਣ ਦੇ ਲਈ ਮੰਜੇ ਤੋਂ ਉੱਠਣਾ ਹੈ, ਜਾਂ ਘਰ ਵਿੱਚ ਘੁੰਮਣਾ ਹੈ, ਜਾਂ ਘਰ ਤੋਂ ਦੂਰ ਥਾਵਾਂ ਤੇ ਜਾਣਾ ਹੈ। ਘਰ ਦੇ ਆਲੇ ਦੁਆਲੇ ਗਤੀਸ਼ੀਲਤਾ ਸਹਾਇਤਾ ਅਤੇ ਸੋਧਾਂ ਨੂੰ ਸਹਾਇਤਾ ਨਹੀਂ ਮੰਨਿਆ ਜਾਂਦਾ। ਪ੍ਰਸ਼ਨ 26 ਹੈਗਾ ਜੀ ਕਿ ਕੀ ਵਿਅਕਤੀ ਨੂੰ ਕਦੇ ਵੀ ਸੰਚਾਰ ਗਤੀਵਿਧੀਆਂ ਵਿੱਚ ਸਹਾਇਤਾ ਕਰਨ ਜਾਂ ਉਹਨਾਂ ਦੇ ਨਾਲ ਰਹਿਣ ਲਈ ਕਿਸੇ ਦੀ ਜ਼ਰੂਰਤ ਹੁੰਦੀ ਹੈ? ਇਹ ਪ੍ਰਸ਼ਨ ਕਿਸੇ ਵਿਅਕਤੀ ਨੂੰ ਦੂਜਿਆਂ ਨਾਲ ਗੱਲ ਕਰਨ ਜਾਂ ਦੂਜਿਆਂ ਨੂੰ ਸੁਣਨ ਦੀ ਜ਼ਰੂਰਤ ਬਾਰੇ ਸਹਾਇਤਾ ਕਰਦਾ ਹੈ। ਹੀਅਰਿੰਗ ਏਡਸ ਅਤੇ ਹੋਰ ਸੰਚਾਰ ਉਪਕਰਨ ਕਿਸੇ ਵਿਅਕਤੀ ਦੁਆਰਾ ਪ੍ਰਦਾਨ ਕੀਤੀ ਸਹਾਇਤਾ ਨਹੀਂ ਮੰਨਦੇ। ਮਤਲਬ ਹੈ ਕਿ ਜੇ ਤੁਸੀਂ ਆਪਾਂ ਹੀਅਰਿੰਗ ਏਡ ਯੂਜ਼ ਕਰਦੇ ਹੋ ਤੇ ਉਹ ਇਹਦੇ ਵਿੱਚ ਨਹੀਂ ਲੈਣਾ ਹੈ। ਜੇ ਤੁਸੀਂ ਕਿਸੇ ਹੋਰ ਆਪਣੇ ਘਰ ਦੇ ਮੈਂਬਰ ਜਾਂ ਕਿਸੇ ਹੋਰ ਦੀ ਮਦਦ ਲੈਂਦੇ ਹੋ ਕਿਸੇ ਨਾਲ ਗੱਲ ਕਰਨ ਲਈ ਤੇ ਉਹ ਇੱਥੇ ਪਾਣਾ ਹੈ। ਪ੍ਰਸ਼ਨ 27 ਇਹ ਹੈਗਾ ਜੀ ਕਿ ਜਿਨ੍ਹਾਂ ਨੇ ਪ੍ਰਸ਼ਨ 24, 25 ਤੇ 26 ਇਹਦੇ ਵਿੱਚ ਵਿਖਾਇਆ ਹੈ ਕਿ ਉਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਜਾਂ ਨਿਗਰਾਨੀ ਦੀ ਲੋੜ ਹੁੰਦੀ ਹੈ ਤੇ ਉਹ ਕਿਉਂ ਹੁੰਦੀ ਹੈ, ਉਹਦਾ ਕਾਰਨ ਕੀ ਹੈ? ਇਹ ਪ੍ਰਸ਼ਨ ਪੁੱਛਦਾ ਹੈ ਕਿ ਕਿਸੇ ਨੇ ਜਿਸਨੇ ਪਿਛਲੇ ਪ੍ਰਸ਼ਨਾਂ ਦੇ ਹਾਂ ਦਿੱਤੇ ਨੇ ਉਹਨਾਂ ਦੀ ਲੋੜ ਕਿਉਂ ਹੈ। ਜੇ ਤੁਹਾਡੇ ਕੋਲ ਪੇਪਰ ਫਾਰਮ ਹੈ ਅਤੇ ਪਿਛਲਾ 3 ਪ੍ਰਸ਼ਨਾਂ ਲਈ ਨਹੀਂ ਦੀ ਚੋਣ ਕੀਤੀ ਹੈ ਤਾਂ ਇੱਥੇ ਵੀ ਤੁਸੀਂ ਲਿਖ ਦਿਓ ਕਿ ਸਹਾਇਤਾ ਦੀ ਕੋਈ ਲੋੜ ਨਹੀਂ ਹੈ। ਜੇ ਕਿਸੇ ਵਿਅਕਤੀ ਨੂੰ ਅੰਗਰੇਜ਼ੀ ਵਿੱਚ ਮੁਸ਼ਕਿਲ ਦੇ ਕਾਰਨ ਸੰਚਾਰ ਦੀ ਸਹਾਇਤਾ ਪੈਂਦੀ ਹੈ ਅਤੇ ਉਹ ਕਿਸੇ ਹੋਰ ਭਾਸ਼ਾ ਵਿੱਚ ਸੰਚਾਰ ਕਰ ਰਹੇ ਹਨ ਤਾਂ ਉਹਨਾਂ ਨੂੰ ਉਹੀ ਸਹਾਇਤਾ ਦੀ ਜ਼ਰੂਰਤ ਹੋਏਗੀ। ਅੰਗਰੇਜ਼ੀ ਭਾਸ਼ਾ ਵਿੱਚ ਮੁਸ਼ਕਿਲ, ਉਹ ਆਪਸ਼ਨ ਚੂਜ਼ ਕਰਨਾ ਹੈ। ਜੇ ਵਿਅਕਤੀ ਨੂੰ ਸਹਾਇਤਾ ਦੀ ਲੋੜ ਹੈ ਕਿਉਂਕਿ ਉਹ ਇੱਕ ਛੋਟਾ ਬੱਚਾ ਹੈ ਜਾਂ ਬਜ਼ੁਰਗ ਨੇ ਤੇ ਉੱਥੇ ਆਪਾਂ ਬਜ਼ੁਰਗ ਜਾਂ ਛੋਟੀ ਉਮਰ ਦੀ ਨਿਸ਼ਾਨ ਦੀ ਚੋਣ ਕਰਨੀ ਹੈ। ਹੁਣ ਜਿਹੜਾ ਪ੍ਰਸ਼ਨ 28 ਹੈਗਾ ਉਹ ਤੁਹਾਡੀ ਲੌਂਗ ਟਰਮ ਲੰਬੇਰੇ ਸਮੇਂ ਦੀ ਜਿਹੜੀ ਹੈਲਥ ਕੰਡੀਸ਼ਨਸ ਨੇ ਜਾਂ ਉਹਦੇ ਬਾਰੇ ਪੁੱਛਦਾ ਹੈ। ਪ੍ਰਸ਼ਨ ਹੈ ਜੀ ਕਿ ਕੀ ਕਿਸੇ ਵਿਅਕਤੀ ਨੂੰ ਕਿਸੇ ਡਾਕਟਰ ਜਾਂ ਨਰਸ ਦੁਆਰਾ ਦੱਸਿਆ ਗਿਆ ਹੈ ਕਿ ਉਹਨਾਂ ਕੋਲ ਇੰਨਾ ਲੰਬੇ ਸਮੇਂ ਦੀਆਂ ਸਿਹਤੀ ਸਥਿਤੀਆਂ ਹੋਈਆਂ ਨੇ ਕਿ ਉਹਨਾਂ ਦੇ ਕੋਈ ਕੰਡੀਸ਼ਨ ਹੈਗੀ ਹੈ। ਇੱਕ ਲੰਮੀ ਮਿਆਦ ਦੀ ਸਿਹਤ ਸਥਿਤੀ ਉਹ ਹੈ ਜੋ 6 ਮਹੀਨੇ ਤੋਂ ਚੱਲ ਰਹੀ ਹੈ ਜਾਂ ਉਸ ਨੂੰ 6 ਮਹੀਨੇ ਤੋਂ ਵੱਧ ਚੱਲਣ ਦੀ ਅੰਦਾਜ਼ਾ ਹੈ ਜਾਂ ਉਮੀਦ ਹੈ। ਕੋਈ ਵੀ ਹਾਲਤ ਹੋ ਸਕਦੀ ਹੈ ਜੋ 6 ਮਹੀਨੇ ਤੋਂ ਜ਼ਿਆਦਾ ਚਲੇਗੀ ਜਾਂ ਚੱਲ ਰਹੀ ਹੈ। ਇਹਦੇ ਵਿੱਚ ਜਿਵੇਂ ਕੁਝ ਉਦਾਹਰਣ ਨੇ, ਜਿਵੇਂ ਦਮਾ ਹੈ, ਕੈਂਸਰ, ਡਿਮੈਂਸ਼ੀਆ, ਡਾਇਬੀਟੀਜ਼, ਦਿਲ ਦੀ ਬਿਮਾਰੀ ਹੈ ਕੋਈ, ਜਾਂ ਗੁਰਦੇ ਦੀ ਬਿਮਾਰੀ ਹੈ, ਫੇਫੜਿਆਂ ਦੀ ਬਿਮਾਰੀ ਹੈ, ਜਾਂ ਮੈਂਟਲ ਹੈਲਥ ਹੈ ਜਾਂ ਕੋਈ ਸਟ੍ਰੋਕ ਹੋਇਆ ਹੈ, ਉਸ ਤਰ੍ਹਾਂ ਦੀ ਗੱਲ ਕਰਨੀ ਹੈ। ਜੇ ਕੋਈ ਹੋਰ ਵੀ ਸਥਿਤੀ ਹੈਗੀ ਹੈ ਤਾਂ ਕੋਈ ਹੋਰ ਲੰਮੀ ਮਿਆਦ ਦੀ ਚੁਣੋ ਤੇ ਉਹਦੇ ਵਿੱਚ ਆਪਣਾ ਡਿਟੇਲ ਭਰ ਦੇਣੀ ਹੈ। ਤੁਸੀਂ ਇਸ ਵੀਡੀਓ ਵਿੱਚ ਕਦੇ ਵੀ ਅਗਰ ਜੇ ਰੁਕਣਾ ਹੈ ਤੇ ਤੁਸੀਂ ਆਪਣੀ ਬ੍ਰੇਕ ਲੈ ਸਕਦੇ ਹੋ ਜਾਂ ਇਸ ਵੀਡੀਓ ਨੂੰ ਪੌਜ਼ ਕਰਕੇ ਦੁਬਾਰਾ ਸ਼ੁਰੂ ਕਰ ਸਕਦੇ ਹੋ। ਹੁਣ ਅਗਲੇ ਪ੍ਰਸ਼ਨ ਜਿਹੜੇ ਨੇ 29 ਤੇ 30 ਉਹ ਤੁਹਾਡੀ ਐਜੂਕੇਸ਼ਨ ਬਾਰੇ ਤੇ ਜਿਹੜੀ ਆਪਣੀ ਟ੍ਰੇਨਿੰਗ ਲੈਂਦੇ ਨੇ ਉਹਦਾ ਬਾਰੇ ਹੈਗੀ ਹੈ। ਪ੍ਰਸ਼ਨ 29 ਹੈਗਾ ਜੀ ਕਿ ਉਹ ਵਿਅਕਤੀ ਸਕੂਲ ਜਾਂ ਹੋਰ ਸਿੱਖਿਆ ਸੰਸਥਾ ਵਿੱਚ ਜਾਂਦਾ ਹੈ ਜਾਂ ਨਹੀਂ। ਇਹ ਪ੍ਰਸ਼ਨ ਪੁੱਛਦਾ ਹੈ ਕਿ ਕੋਈ ਵਿਅਕਤੀ ਸਕੂਲ ਜਾ ਰਿਹਾ ਹੈ ਜਾਂ ਇਸ ਵੇਲੇ ਸਰਟੀਫਿਕੇਟ ਜਾਂ ਡਿਗਰੀ ਲਈ ਪੜ ਰਿਹਾ ਹੈ। ਇਹ ਉਹ ਵੀ ਪੁੱਛਦਾ ਹੈ ਕਿ ਉਹ ਫੁੱਲ ਟਾਈਮ ਜਾਂ ਪਾਰਟ ਟਾਈਮ ਜਾ ਰਿਹਾ ਹੈ। ਸਿਰਫ ਉਹਨਾਂ ਲੋਕਾਂ ਨੂੰ ਸ਼ਾਮਿਲ ਕਰੋ ਜੋ ਇਸ ਸਮੇਂ ਸਕੂਲ ਜਾ ਰਹੇ ਹਨ ਜਾਂ ਪੜ ਰਹੇ ਹਨ। ਇਸ ਵਿੱਚ ਕਿੰਡਰਗਾਰਟਨ ਦੇ ਬੱਚੇ ਵੀ ਸ਼ਾਮਿਲ ਹਨ ਜੇ ਉਹ 15 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਕਿੰਡਰਗਾਰਟਨ ਜਾਂਦੇ ਨੇ, ਕਿਉਂਕਿ ਜੇ ਉਹ 15 ਘੰਟਿਆਂ ਤੋਂ ਜ਼ਿਆਦਾ ਜਾਂਦੇ ਨੇ ਉਹਨਾਂ ਨੂੰ ਫੁੱਲ ਟਾਈਮ ਜਾਂ ਪੂਰਾ ਸਕੂਲ ਜਾਂਦੇ ਹੋਏ ਮੰਨਿਆ ਜਾਂਦਾ ਹੈ। ਜੇ ਤੁਸੀਂ ਸਿਰਫ ਸ਼ੌਕ ਲਈ ਜਾ ਰਹੇ ਹੋ ਸਕੂਲ ਤੇ ਉੱਥੇ ਨਹੀਂ ਦੀ ਚੋਣ ਕਰੋ। ਫੁੱਲ ਟਾਈਮ, ਪਾਰਟ ਟਾਈਮ ਦਾ ਜਵਾਬ ਉਸ ਵਿਅਕਤੀ ਦੇ ਸਕੂਲ, ਯੂਨੀਵਰਸਿਟੀ ਜਾਂ ਟੇਫ ਦੇ ਕੋਰਸ ਦੇ ਆਧਾਰ ਤੇ ਦਿੱਤਾ ਜਾਂਦਾ ਹੈ।
ਸਾਰੀਆਂ ਸਿੱਖਿਆਰਥੀਆਂ ਤੇ ਨੂੰ ਪਾਰਟ ਟਾਈਮ ਅਧਿਐਨ ਵਿੱਚ ਦਾਖਲ ਮੰਨਿਆ ਜਾਂਦਾ ਹੈ। ਜੇ ਵਿਅਕਤੀ ਇਸ ਸਮੇਂ ਕੋਵਿਡ ਪਾਬੰਦੀਆਂ ਕਰਕੇ ਘਰ ਵਿੱਚ ਹੀ ਪੜ ਰਿਹਾ ਹੈ, ਜਿਵੇਂ ਤੁਹਾਨੂੰ ਹੋ ਸਕਦਾ ਹੈ ਉਸ ਪਾਸੇ, ਪਰ ਆਮ ਤੌਰ ਤੇ ਸਕੂਲ ਜਾਂਦਾ ਹੈ, ਕਿਸੇ ਸਿੱਖਿਆ ਸੰਸਥਾਵਾਂ ਵਿੱਚ ਜਾਂਦਾ ਹੈ, ਤਾਂ ਤੁਸੀਂ ਵਿਕਲਪ ਹਾਂਜੀ ਦੀ ਚੋਣ ਕਰੋ। ਪ੍ਰਸ਼ਨ 30 ਹੈ ਜੀ ਕਿ ਵਿਅਕਤੀ ਕਿਸ ਕਿਸਮ ਦੀ ਸਿੱਖਿਆ ਸੰਸਥਾ ਵਿੱਚ ਜਾ ਰਿਹਾ ਹੈ। ਪਹਿਲਾ ਸੀਗਾ ਕਿ ਜਾਂਦਾ ਹੈ ਜਾਂ ਨਹੀਂ, ਹੁਣ ਪ੍ਰਸ਼ਨ 30 ਵਿੱਚ ਹੈ ਕਿ ਉਹ ਕਿਸ ਤਰ੍ਹਾਂ ਦੀ ਸੰਸਥਾ ਵਿੱਚ ਜਾਂਦਾ ਹੈ। ਸਿਰਫ ਉਹਨਾਂ ਲੋਕਾਂ ਨੂੰ ਸ਼ਾਮਿਲ ਕਰੋ ਜੋ ਇਸ ਸਮੇਂ ਸਕੂਲ ਜਾ ਰਹੇ ਹਨ ਜਾਂ ਇਸ ਪ੍ਰਸ਼ਨ ਵਿੱਚ ਪੜ ਰਹੇ ਹਨ। ਕਿੰਡਰਗਾਰਟਨ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਦੀ ਤਰਫਾਂ ਫਾਰਮ ਵਿੱਚ ਪੜਨਾ ਚਾਹੀਦਾ ਹੈ, ਕਿਉਂਕਿ ਕਿੰਡਰਗਾਰਟਨ ਬੱਚੇ ਪ੍ਰਾਇਮਰੀ ਸਕੂਲ ਜਾ ਰਹੇ ਨੇ। ਹੋਰ ਗੈਰ ਸਰਕਾਰੀ ਸਕੂਲ ਵਿੱਚ ਹੋਰ ਸਾਰੇ ਸੁਤੰਤਰ ਸਕੂਲ ਸ਼ਾਮਿਲ ਹਨ, ਈਸਾਈ ਸਕੂਲ, ਜਿੱਥੇ ਕੈਥੋਲਿਕ ਸਕੂਲ, ਉਹ ਸਾਰੇ ਸ਼ਾਮਿਲ ਹਨ। ਜੇ ਕੋਈ ਵਿਅਕਤੀ ਆਨਲਾਈਨ ਜਾਂ ਪੱਤਰ ਵਿਹਾਰ ਦੁਆਰਾ ਪੜ ਰਿਹਾ ਹੈ, ਜਾਂ ਆਪਾਂ ਕਹਿੰਦੇ ਨੇ ਕਿ ਕੋਰਸਪੋਂਡੈਂਸ ਕੋਰਸ ਕਰ ਰਿਹਾ ਹੈ ਅਤੇ ਵਿਅਕਤੀਗਤ ਰੂਪ ਵਿੱਚ ਨਹੀਂ ਜਾ ਰਿਹਾ ਹੈ, ਤਾਂ ਸਕੂਲ ਜਾਂ ਸੰਸਥਾ ਦੀ ਕਿਸਮ ਦੀ ਚੋਣ ਕਰਦੇ ਸਮੇਂ ਉਸ ਵਿੱਚ ਦਾਖਲ ਕਰੋ। ਇੱਕ ਸੰਯੁਕਤ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ, ਜਿੱਥੇ ਕਿੰਡਰਗਾਰਟਨ ਤੋਂ ਲੈ ਕੇ 12 ਸਕੂਲ ਕਿਹਾ ਜਾਂਦਾ ਹੈ, ਉੱਥੇ ਜਾਣ ਵਾਲੇ ਵਿਦਿਆਰਥੀਆਂ ਲਈ ਸਾਲ ਦੇ ਪੇਪਰ ਦੇ ਆਧਾਰ ਤੇ ਸਕੂਲਿੰਗ ਦੇ ਪੇਪਰ ਦੀ ਚੋਣ ਕਰੋ, ਜਿਸ ਵਿੱਚ ਉਹ ਇਸ ਸਮੇਂ ਹੈ। ਜੇ 7ਵੀਂ ਕਲਾਸ 'ਚ ਹੈ ਤਾਂ ਇਹਨੂੰ ਹਾਈ ਸਕੂਲ ਦੱਸਣਾ ਹੈ ਜੀ। ਜੇ ਉਹ 5ਵੀਂ ਹੈ ਤੇ ਜਾਂ ਈਅਰ 6 ਤੋਂ ਘੱਟ ਹੈਗਾ ਤੇ ਉਹਨੂੰ ਪ੍ਰਾਇਮਰੀ ਸਕੂਲ ਦੱਸਣਾ ਹੈ ਜੀ। ਕੋਵਿਡ ਪਾਬੰਦੀਆਂ ਦੇ ਕਾਰਨ ਇਸ ਸਮੇਂ ਘਰ ਵਿੱਚ ਪੜ ਰਹੇ ਵਿਅਕਤੀ ਲਈ ਉਸ ਸਿੱਖਿਆ ਸੰਸਥਾਨ ਦੀ ਕਿਸਮ ਚੋਣ ਕਰੋ ਜਿਸ ਵਿੱਚ ਉਹ ਵਿਅਕਤੀ ਆਮ ਤੌਰ ਤੇ ਜਾਂਦਾ ਹੈ। ਤੇ ਹੁਣ ਕੁਐਸਚਨ 31 ਤੋਂ ਉਸ ਬੰਦੇ ਲਈ ਸ਼ੁਰੂ ਕਰ ਅੱਗੇ ਡਿਟੇਲ ਦੇਣੀ ਨੇ ਜੋ ਉਹ 15 ਸਾਲ ਤੋਂ ਜ਼ਿਆਦਾ ਨੇ। ਪ੍ਰਸ਼ਨ 32 ਹੈ ਜੀ ਕਿ ਪ੍ਰਾਇਮਰੀ ਜਾਂ ਸੈਕੰਡਰੀ ਸਕੂਲ ਦਾ ਸਭ ਤੋਂ ਉੱਚਾ ਸਾਲ ਕਿਹੜਾ ਹੈ ਜੋ ਵਿਅਕਤੀ ਨੇ ਪੂਰਾ ਕੀਤਾ ਹੈ। ਉਸ ਵਿਅਕਤੀ ਦੇ ਉੱਚਤਮ ਸਾਲ ਦੀ ਨਿਸ਼ਾਨਦੇਹੀ ਕਰੋ ਜਿਸ ਸਾਲ ਉਹ ਪੜ ਰਹੇ ਹਨ, ਉਹ ਸਾਲ ਨਹੀਂ। ਜੇ ਸਕੂਲ ਪੜ੍ਹਾਈ ਪੂਰੀ ਕਰਨ ਵਾਲਾ ਵਿਅਕਤੀ ਪ੍ਰਾਇਮਰੀ ਸਕੂਲ ਵਿੱਚ ਸੀ ਤਾਂ ਸਾਲ 8 ਜਾਂ ਇਸ ਤੋਂ ਘੱਟ ਦੀ ਚੋਣ ਕਰੋ। ਪ੍ਰਸ਼ਨ 33 ਹੈ ਜੀ ਕਿ ਕੀ ਵਿਅਕਤੀ ਨੇ ਕੋਈ ਵਿਦਿਅਕ ਯੋਗਤਾ ਪੂਰੀ ਕੀਤੀ ਹੈ। ਇਹ ਪ੍ਰਸ਼ਨ ਪੁੱਛਦਾ ਹੈ ਕਿ ਕੀ ਲੋਕਾਂ ਨੇ ਮਾਨਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਿਖਲਾਈ ਪੂਰੀ ਕੀਤੀ ਹੈ, ਜਿਵੇਂ ਕਿ ਟੇਫ ਸਰਟੀਫਿਕੇਟ ਅਤੇ ਯੂਨੀਵਰਸਿਟੀ ਦੀਆਂ ਡਿਗਰੀਆਂ। ਜੇ ਵਿਅਕਤੀ ਨੇ ਪ੍ਰਾਇਮਰੀ ਜਾਂ ਸੈਕੰਡਰੀ ਸਕੂਲ ਛੱਡਣ ਤੋਂ ਬਾਅਦ ਕੋਈ ਅਧਿਐਨ ਨਹੀਂ ਕੀਤਾ ਹੈ ਤਾਂ ਨਹੀਂ ਦੀ ਚੋਣ ਕਰੋ। ਜੇ ਉਹ ਵਿਅਕਤੀ ਨੇ ਇਸ ਵੇਲੇ ਸਿਖਲਾਈ, ਸਰਟੀਫਿਕੇਟ ਜਾਂ ਡਿਗਰੀ ਦਾ ਅਧਿਐਨ ਕਰ ਰਿਹਾ ਹੈ ਅਤੇ ਉਸ ਕੋਲ ਪਹਿਲਾਂ ਦੀ ਕੋਈ ਡਿਗਰੀ ਨਹੀਂ ਹੈ ਜਾਂ ਸਰਟੀਫਿਕੇਟ ਨਹੀਂ ਹੈ ਤਾਂ ਨਹੀਂ, ਅਜੇ ਵੀ ਪਹਿਲੀ ਯੋਗਤਾ ਲਈ ਅਧਿਐਨ ਕਰ ਰਿਹਾ ਦੀ ਚੋਣ ਕਰੋ। ਜੇ ਵਿਅਕਤੀ ਨੇ ਕਿਸੇ ਸਰਟੀਫਿਕੇਟ ਦਾ ਅਧਿਐਨ ਕਰਨਾ ਜਾਂ ਕਿਸੇ ਟ੍ਰੇਡ, ਪਲੰਬਰ, ਹੇਅਰ ਡਰੈਸਿੰਗ, ਕੈਬਿਨੇਟ ਮੇਕਿੰਗ ਆਦਿ ਲਈ ਅਪ੍ਰੈਂਟਿਸਸ਼ਿਪ ਕੀਤੀ ਹੋਵੇ ਤਾਂ ਹਾਂ, ਟ੍ਰੇਡ ਸਰਟੀਫਿਕੇਟ ਅਪ੍ਰੈਂਟਿਸਸ਼ਿਪ ਚੁਣੋ। ਜਾਂ ਹੋਰ ਯੋਗਤਾਵਾਂ ਹਨ ਉਹਦੇ ਵਿੱਚ ਸਰਟੀਫਿਕੇਟ, ਡਿਪਲੋਮਾ ਜਾਂ ਡਿਗਰੀ ਸ਼ਾਮਿਲ ਕਰੋ। ਪ੍ਰਸ਼ਨ 34 ਹੈ ਜੀ ਕਿ ਵਿਅਕਤੀ ਦੁਆਰਾ ਪੂਰੀ ਕੀਤੀ ਗਈ ਉੱਚਤਮ ਯੋਗਤਾ ਦਾ ਪੱਧਰ ਕੀ ਹੈ। ਕਿਸੇ ਵਿਅਕਤੀ ਦੁਆਰਾ ਪੂਰੇ ਕੀਤੇ ਗਏ ਕਿਸੇ ਵੀ ਸਰਟੀਫਿਕੇਟ ਬਾਰੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਵੇਰਵਾ ਪ੍ਰਦਾਨ ਕਰੋ ਜੀ। ਉਦਾਹਰਣ ਦੇ ਲਈ ਸਿਰਫ ਸਰਟੀਫਿਕੇਟ ਦੀ ਬਜਾਏ ਸਰਟੀਫਿਕੇਟ 2 ਲਿਖੋ ਕਿ ਉਹ ਕਿਸ ਤਰ੍ਹਾਂ ਦਾ ਸਰਟੀਫਿਕੇਟ ਹੈ। ਉੱਚਤਮ ਤੋਂ ਹੇਠਲੇ ਪੱਧਰ ਦੀਆਂ ਸੂਚੀਬੱਧ ਯੋਗਤਾਵਾਂ ਦੇ ਪੱਧਰ ਹਨ। ਆਪਾਂ ਇਸ ਤਰ੍ਹਾਂ ਉਹਨੂੰ ਡਿਟੇਲ ਪੜ੍ਹਦੇ ਨੇ ਕਿ ਜਾਂ ਤੇ ਉਸਨੇ ਡਾਇਰੈਕਟ PhD ਕੀਤੀ ਹੋਵੇ, ਮਾਸਟਰਸ ਡਿਗਰੀ, ਉਸ ਤੋਂ ਥੱਲੇ ਗ੍ਰੈਜੂਏਟ ਡਿਪਲੋਮਾ, ਗ੍ਰੈਜੂਏਟ ਸਰਟੀਫਿਕੇਟ, ਆਨਰਸ ਦੇ ਨਾਲ ਬੈਚਲਰਸ ਡਿਗਰੀ, ਐਸੋਸੀਏਟ ਡਿਗਰੀ, ਐਡਵਾਂਸ ਡਿਪਲੋਮਾ, ਐਸੋਸੀਏਟ ਡਿਪਲੋਮਾ, ਸਰਟੀਫਿਕੇਟ 4, ਸਰਟੀਫਿਕੇਟ 3, ਸਰਟੀਫਿਕੇਟ 2, ਸਰਟੀਫਿਕੇਟ 1 ਜਾਂ 1,
ਇਸ ਤਰ੍ਹਾਂ ਆਪਾਂ ਉਹਦੀ ਚੋਣ ਕਰਨੀ ਹੈ ਜੀ। ਪ੍ਰਸ਼ਨ 35 ਹੈ ਜੀ ਕਿ ਵਿਅਕਤੀ ਦੀ ਉੱਚਤਮ ਯੋਗਤਾ ਪੂਰਨ ਕਰਨ ਲਈ ਅਧਿਐਨ ਦਾ ਮੁੱਖ ਖੇਤਰ ਕੀ ਹੈ, ਕਿਸ ਏਰੀਆ ਵਿੱਚ ਆਪਾਂ ਉਹ ਡਿਗਰੀ ਜਾਂ ਸਰਟੀਫਿਕੇਟ ਲਿੱਤਾ ਹੈ। ਇਹਦੇ ਕੁਝ ਉਦਾਹਰਣ ਹਨ: ਪਲੰਬਿੰਗ, ਪ੍ਰਾਇਮਰੀ ਸਕੂਲ ਟੀਚਿੰਗ, ਆਨਲਾਈਨ ਅਕਾਊਂਟਿੰਗ, हेयर ड्रेसिंग, इस तरह के होर भी जड़े ऑक्यूपेशंस ने। प्रश्न 36 है जी कि की व्यक्ति ने यह योग्यता 1998 तो पहला पूरी की है या 1998 तो पहला पूरी की है। प्रश्न 37 है जी कि हर एक फीमेल ਲਈ उस अपनी बीबी ਦੇ ਕਿੰਨੇ ਬੱਚੇ ਨੂੰ ਜਨਮ ਦਿੱਤਾ ਹੈ। ਕਿਸੇ ਵੀ ਇਹਦੇ ਵਿੱਚ ਕਿਉਂਕਿ ਸਿਰਫ ਜਨਮ ਦੀ ਗੱਲ ਹੈ ਤੇ ਕਿਸੇ ਵੀ ਗੋਦ ਲਏ ਬੱਚੇ ਜਾਂ ਪਾਲਣ ਪੋਸ਼ਣ ਵਾਲੇ ਜਾਂ ਦੂਜੇ ਬੱਚਿਆਂ ਨੂੰ ਇੱਥੇ ਸ਼ਾਮਿਲ ਨਹੀਂ ਕਰਨਾ ਹੈ, ਸਿਰਫ ਜਿਹੜੇ ਬੱਚੇ ਜਨਮ ਦਿੱਤੇ ਨੇ। ਪ੍ਰਸ਼ਨ 38 ਹੁਣ ਆਪਣੀ ਇਨਕਮ ਦੀ ਗੱਲ ਕਰਦਾ ਹੈ ਕਿ ਆਪਣਾ ਕਿੰਨਾ ਕਮਾਉਂਦੇ ਨੇ। ਆਮ ਤੌਰ ਤੇ ਪ੍ਰਸ਼ਨ 38 ਹੈਗਾ ਜੀ ਕਿ ਆਮ ਤੌਰ ਤੇ ਵਿਅਕਤੀ ਨੂੰ ਪ੍ਰਾਪਤ ਹੋਣ ਵਾਲੀ ਸਾਰੀ ਆਮਦਨੀ ਦਾ ਕੁੱਲ ਕੀ ਹੈ। ਇਸ ਵਿੱਚ ਉਹ ਰਕਮ ਨਹੀਂ ਹੋ ਸਕਦੀ ਜੋ ਬੈਂਕ ਖਾਤੇ ਵਿੱਚ ਖਤਮ ਹੁੰਦੀ ਹੈ, ਆਪਣੇ ਜਿਹੜੇ ਬੈਂਕ 'ਚ ਆਂਦੀ ਹੈ। ਕੁੱਲ ਆਮਦਨੀ ਉਹ ਰਕਮ ਹੈ ਜੋ ਕਿਸੇ ਨੂੰ ਕਿਸੇ ਟੈਕਸ, ਸੈਂਟਰਲਿੰਗ ਕਟੌਤੀ ਜਾਂ ਕਿਰਾਏ ਦੇ ਭੁਗਤਾਨ ਤੋਂ ਪਹਿਲਾਂ ਪ੍ਰਾਪਤ ਹੁੰਦੀ, ਜਿਹੜੀ ਗ੍ਰੋਸ ਇਨਕਮ ਆਪਾਂ ਕਹਿੰਦੇ ਨੇ। ਸਾਰੀ ਆਮਦਨੀ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਉਹ ਪੈਸਾ ਸ਼ਾਮਿਲ ਹੈ ਜੋ ਵਿਅਕਤੀ ਨੌਕਰੀ ਤੋਂ ਕਮਾਉਂਦਾ ਹੈ, ਪੈਸਾ ਉਹਨਾਂ ਤੋਂ ਸਰਕਾਰ ਤੋਂ ਅਦਾ ਕੀਤਾ ਜਾਂਦਾ ਹੈ, ਜਾਂ ਪੈਸਾ ਉਹ ਆਪਣੇ ਕਾਰੋਬਾਰ ਤੋਂ ਕਮਾਉਂਦੇ ਨੇ, ਰਾਇਲਟੀ, ਤੇ ਉਹ ਪੈਸਾ ਵੀ ਜੋ ਉਹ ਸ਼ੌਕ ਤੋਂ ਕਿਸੇ ਸ਼ੌਕ ਨਾਲ ਕਮਾ ਰਹੇ ਨੇ। ਮੌਜੂਦਾ ਸਮੇਂ ਵਿੱਚ ਕੋਵਿਡ ਪਾਬੰਦੀਆਂ ਅਧੀਨ ਰਾਹੀਂ ਲੋਕਾਂ ਲਈ ਆਮ ਤੌਰ ਤੇ ਪਾਬੰਦੀਆਂ ਸ਼ੁਰੂ ਹੋਣ ਤੋਂ ਪਹਿਲਾਂ, ਉਸ ਤੋਂ ਪਹਿਲਾਂ ਜਿਹੜੀ ਇਨਕਮ ਸੀਗੀ ਜਾਂ ਆਮਦਨੀ ਸੀਗੀ ਉਹਨੂੰ ਲਿਖਣਾ ਹੈ ਜੀ। ਹੁਣ ਪ੍ਰਸ਼ਨ 39 ਤੋਂ ਲੈ ਕੇ 52 ਤੱਕ ਆਪਣੇ ਜੌਬ ਜਿਹੜਾ ਕੰਮ ਕਰਦੇ ਨੇ ਉਹਦੇ ਬਾਰੇ ਗੱਲ ਕਰਨੀ ਹੈ। ਪ੍ਰਸ਼ਨ 29 ਇਹ ਪੁੱਛਦਾ ਹੈ ਜੀ ਕਿ ਪਿਛਲੇ ਹਫਤੇ ਕੀ ਵਿਅਕਤੀ ਕੋਲ ਕਿਸੇ ਕਿਸਮ ਦੀ ਨੌਕਰੀ ਸੀਗੀ। ਇੱਕ ਨੌਕਰੀ ਦਾ ਅਰਥ ਹੈ ਕਿਸੇ ਵੀ ਕਿਸਮ ਦਾ ਕੰਮ ਜਿਸ ਵਿੱਚ ਆਮ, ਅਸਥਾਈ, ਫੁੱਲ ਟਾਈਮ ਜਾਂ ਪਾਰਟ ਟਾਈਮ ਕੰਮ ਸ਼ਾਮਿਲ ਹੈ ਤੇ ਇਹ 1 ਘੰਟੇ ਜਾਂ ਇਸ ਤੋਂ ਵੱਧ ਲਈ ਸਮੇਂ ਲਈ ਕੀਤਾ ਗਿਆ ਹੈ। ਜੇ ਕੋਈ ਵਿਅਕਤੀ ਕੋਵਿਡ ਪਾਬੰਦੀਆਂ ਕਰਕੇ ਕੰਮ ਨਹੀਂ ਕਰ ਰਿਹਾ ਹੈ, ਲੌਕਡਾਊਨ 'ਚ ਹੈਗਾ ਹੈ, ਪਰ ਮੌਜੂਦਾ ਪਾਬੰਦੀ ਤੋਂ 4 ਹਫ਼ਤੇ ਪਹਿਲਾਂ ਕੰਮ ਕਰ ਰਿਹਾ ਸੀਗਾ, ਤਾਂ ਹਾਂ, ਪਰ ਹੌਲੀਡੇ ਤੇ ਗੈਰ ਹਾਜ਼ਰ ਉਹ ਲਿਖਣਾ ਜੀ। ਤੇ ਜਾਂ ਅਸਥਾਈ ਤੌਰ ਤੇ ਖੜੇ ਹੋ, ਜੇ ਤੁਸੀਂ ਸਟੈਂਡ ਡਾਊਨ ਕੀਤਾ ਹੋਇਆ ਹੈ ਤਾਂ ਉਹਦੀ ਚੋਣ ਕਰ ਸਕਦੇ ਹੋ। ਜੇ ਵਿਅਕਤੀ ਨੂੰ ਮੌਜੂਦਾ ਪਾਬੰਦੀਆਂ ਤੋਂ ਪਹਿਲਾਂ 4 ਹਫ਼ਤਿਆਂ ਵਿੱਚ ਕੰਮ ਨਹੀਂ ਕੀਤਾ ਹੈ ਤਾਂ ਨਹੀਂ, ਨੌਕਰੀ ਨਹੀਂ ਸੀ ਦੀ ਚੋਣ ਕਰਨੀ ਹੈ। ਤੇ ਇਸ ਦੇ ਵਿੱਚ ਵੋਲੰਟਰੀ ਜਿਹੜਾ ਆਪਾਂ ਕੰਮ ਕਰਦੇ ਨੇ ਕਈ ਵਾਰੀ, ਉਹ ਇਹਨੂੰ ਸ਼ਾਮਿਲ ਨਹੀਂ ਕਰਨਾ ਹੈ। ਜਿੱਥੇ ਜੇ ਸਾਨੂੰ ਪੈਸਾ ਨਹੀਂ ਮਿਲ ਰਿਹਾ, ਉਹਨਾਂ ਲੋਕਾਂ ਲਈ ਜਿਨ੍ਹਾਂ ਕੋਲ ਕੋਈ ਨੌਕਰੀ ਨਹੀਂ ਸੀ, ਉਹ ਸਿੱਧੇ ਪ੍ਰਸ਼ਨ 51 ਤੇ ਜਾਓ ਤੇ ਆਨਲਾਈਨ ਫਾਰਮ ਅਗਰ ਤੁਸੀਂ ਭਰ ਰਹੇ ਹੋ ਤੇ ਉਹ ਆਪੇ ਹੀ ਪ੍ਰਸ਼ਨ 51 ਤੇ ਚਲਾ ਜਾਏਗਾ। ਉਹਨਾਂ ਲੋਕਾਂ ਲਈ ਜਿਨ੍ਹਾਂ ਕੋਵਿਡ ਲਾਕਡਾਊਨ ਕਾਰਨ ਹਾਂ ਪਰ ਛੁੱਟੀਆਂ ਤੇ ਹੈਗੇ ਨੇ ਜਾਂ ਗੈਰ ਹਾਜ਼ਰ ਨੇ ਜਾਂ ਸਟੈਂਡ ਡਾਊਨ ਕੀਤੇ ਹੋਏ ਨੇ, ਉਹਨਾਂ ਮੁੱਖ ਨੌਕਰੀ ਬਾਰੇ ਸੋਚੋ ਜੋ ਤੁਹਾਡੇ ਕੋਲ ਅਗਲੇ 8 ਪ੍ਰਸ਼ਨਾਂ ਲਈ ਮੌਜੂਦਾ ਪਾਬੰਦੀਆਂ ਤੋਂ ਪਹਿਲਾਂ ਸੀਗੀਆਂ, ਕਿਉਂਕਿ ਹੁਣ ਆਪਾਂ ਅਗਲੇ ਪ੍ਰਸ਼ਨਾਂ ਦੀ ਗੱਲ ਕਰਨੀ ਹੈ। ਪ੍ਰਸ਼ਨ 40 ਹੈ ਜੀ ਕਿ ਪਿਛਲੇ ਹਫ਼ਤੇ ਆਪਣੇ ਮੁੱਖ ਕੰਮ ਵਿੱਚ ਕੀ ਵਿਅਕਤੀ ਕਿਸੇ ਹੋਰ ਲਈ ਕੰਮ ਕਰ ਰਿਹਾ ਸੀਗਾ ਜਾਂ ਉਹ ਆਪਣੇ ਕਾਰੋਬਾਰ 'ਚ ਲੱਗਿਆ ਸੀਗਾ, ਜਾਂ ਤੁਸੀਂ ਨੌਕਰੀ ਕਰ ਰਹੇ ਸੀਗੇ ਜਾਂ ਆਪਣਾ ਬਿਜ਼ਨਸ ਸੀਗਾ। ਜੇ ਪਿਛਲੇ ਹਫ਼ਤੇ ਵਿਅਕਤੀ ਕੋਲ 1 ਤੋਂ ਵੱਧ ਨੌਕਰੀਆਂ ਸਨ ਤਾਂ ਮੇਨ ਨੌਕਰੀ ਜਿਸ ਤੋਂ ਤੁਹਾਨੂੰ ਸਭ ਤੋਂ ਜ਼ਿਆਦਾ ਆਮਦਨੀ ਆਉਂਦੀ ਹੈ ਉਹਨੂੰ ਦਿਖਣਾ ਹੈ ਜੀ। ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਕੰਮ ਕਰਨਾ ਚੁਣਨਾ ਚਾਹੀਦਾ ਹੈ ਜੇ ਉਹ ਆਪਣਾ ਕਾਰੋਬਾਰ ਚਲਾਉਂਦੇ ਨੇ। ਜੇ ਵਿਅਕਤੀ ਆਪਣਾ ਕਾਰੋਬਾਰ ਵਿੱਚ ਕੰਮ ਕਰਦਾ ਹੈ ਅਤੇ ਕਿਸੇ ਹੋਰ ਮਾਲਕ ਲਈ ਵੀ ਕੰਮ ਕਰਦਾ ਹੈ ਤਾਂ ਉਸ ਨੂੰ ਨੌਕਰੀ ਲਈ ਜਵਾਬ ਦੇਣਾ ਚਾਹੀਦਾ ਹੈ ਜਿੱਥੇ ਉਸ ਨੂੰ ਸਭ ਤੋਂ ਵੱਧ ਘੰਟੇ ਕੰਮ ਕੀਤੇ ਹੋਣ। ਤੇ ਹੁਣ
ਟਾਈਮ ਦੀ ਗੱਲ ਕਰ ਰਹੇ ਨੇ ਕਿ ਆਪਾਂ ਜਿੱਥੇ ਜ਼ਿਆਦਾ ਟਾਈਮ ਲਾਇਆ ਉੱਥੇ ਉਹਦੀ ਗੱਲ ਕਰਨੀ ਹੈ। ਅਗਲੇ ਦੋ ਪ੍ਰਸ਼ਨ ਸਿਰਫ ਉਹਨਾਂ ਲੋਕਾਂ ਲਈ ਹਨ ਜਿਨ੍ਹਾਂ ਨੇ ਆਪਣੇ ਕਾਰੋਬਾਰ ਵਿੱਚ ਕੰਮ ਕਰਨਾ ਦਾ ਉੱਤਰ ਦਿੱਤਾ ਹੈ। ਪ੍ਰਸ਼ਨ 41 ਹੈ ਜੀ ਕਿ ਉਸ ਵਿਅਕਤੀ ਦਾ ਕਾਰੋਬਾਰ ਸੀ ਨॉन फॉर प्रॉफिट है जी ਜਾਂ PTY ਲਿਮਿਟਡ ਹੈ, ਉਸ ਤਰ੍ਹਾਂ ਦੀ ਚੋਣ ਕਰਨੀ ਹੈ। ਤੇ ਪ੍ਰਸ਼ਨ 42 ਹੈ ਕਿ ਕੀ ਵਿਅਕਤੀਗਤ ਕਾਰੋਬਾਰ ਲਈ ਰੁਜ਼ਗਾਰ ਦਿੰਦਾ ਹੈ, ਕਿਸੇ ਹੋਰ ਨੂੰ ਵੀ ਇੰਪਲੋਇਮੈਂਟ ਦਿੰਦਾ ਹੈ। ਮਰਦਸ਼ੁਮਾਰੀ ਦੀ ਰਾਤ ਨੂੰ ਵਿਅਕਤੀ ਦੇ ਕਾਰੋਬਾਰ ਵਿੱਚ ਨਿਰੰਤਰ ਆਧਾਰ ਤੇ ਜਾਂ ਕੰਟੀਨਿਊਸ ਇੰਪਲੋਇਮੈਂਟ ਤੇ ਕੰਮ ਕਰਦੇ ਲੋਕਾਂ ਨੂੰ ਸ਼ਾਮਿਲ ਕਰੋ। ਉਹਦੇ ਵਿੱਚ ਆਪਸ਼ਨਸ ਨੇ ਕਿ ਕੋਈ ਹੋਰ ਕੰਮ ਨਹੀਂ ਕਰ ਰਿਹਾ ਹੈ, ਜਾਂ 11 ਤੋਂ 19 ਕਰਮਚਾਰੀ ਕੰਮ ਕਰ ਰਹੇ ਨੇ, 1 ਤੋਂ 19 ਜਾਂ 20 ਤੋਂ ਜ਼ਿਆਦਾ ਕਰਮਚਾਰੀ ਕੰਮ ਕਰ ਰਹੇ ਨੇ ਤੁਹਾਡੀ ਕੰਪਨੀ 'ਚ, ਤੁਹਾਡੇ ਬਿਜ਼ਨਸ 'ਚ। ਪ੍ਰਸ਼ਨ 43 ਹੈਗਾ ਜੀ ਕਿ ਪਿਛਲੇ ਹਫਤੇ ਹੋਈ ਮੁੱਖ ਨੌਕਰੀ ਵਿੱਚ ਵਿਅਕਤੀ ਦੀ ਕੀ ਆਕੂਪੇਸ਼ਨ ਸੀਗੀ ਜਾਂ ਕਿਹੜੇ ਖੇਤਰ ਵਿੱਚ ਬੰਦਾ ਕੰਮ ਕਰਦਾ ਸੀਗਾ। ਇਹ ਪ੍ਰਸ਼ਨ ਪੁੱਛ ਰਿਹਾ ਹੈ ਕਿ ਵਿਅਕਤੀ ਦੀ ਨੌਕਰੀ ਦਾ ਟਾਈਟਲ ਕੀ ਹੈ। ਸਿਰਫ ਵਿਅਕਤੀ ਦੀ ਮੁੱਖ ਨੌਕਰੀ ਲਈ ਉੱਤਰ ਦਿਓ। ਜਿਵੇਂ ਉਹ ਆਪਾਂ ਵੇਖਿਆ ਸੀਗਾ ਕਿ ਜਿੱਥੇ ਜ਼ਿਆਦਾ ਟਾਈਮ ਆਪਾਂ ਲਾਉਂਦੇ ਨੇ ਕਿਸੇ ਕੰਮ 'ਚ ਜਾਂ ਬਿਜ਼ਨਸ 'ਚ, ਉਹਦਾ ਟਾਈਟਲ ਦੇਣਾ ਹੈ। ਨੌਕਰੀ ਦੇ ਸਿਰਲੇਖ ਦੀ ਜਿੰਨੀ ਸੰਭਵ ਹੋ ਸਕੇ ਵਿਸਤਾਰ ਦੀ ਰਿਪੋਰਟ ਦਿਓ। ਕੁਝ ਉਦਾਹਰਣ ਹਨ ਕਿ ਘਰ ਦੀ ਸਫਾਈ ਜਾਂ ਰਿਟੇਲ ਅਸਿਸਟੈਂਟ ਜਾਂ ਸ਼ੈਫ ਜਾਂ ਟਰੱਕ ਡਰਾਈਵਰ, ਉਹ ਪੂਰਾ ਲਿਖੋ ਕਿ ਸਾਨੂੰ ਪਤਾ ਲੱਗੇ। ਪ੍ਰਸ਼ਨ 44 ਹੈਗਾ ਹੈ ਕਿ ਮੁੱਖ ਤੌਰ ਤੇ ਉਹ ਕੰਮ ਕੀ ਹਨ ਜੋ ਵਿਅਕਤੀ ਆਮ ਤੌਰ ਤੇ ਉਸ ਕਿਤੇ ਵਿੱਚ ਕਰਦਾ ਹੈ। ਮੁੱਖ ਕੰਮਾਂ ਦੀ ਰਿਪੋਰਟ ਕਰੋ ਜੋ ਵਿਅਕਤੀ ਆਮ ਤੌਰ ਤੇ ਆਪਣੀ ਨੌਕਰੀ ਵਿੱਚ ਹਰ ਰੋਜ਼ ਕਰਦਾ ਹੈ, ਜਿੰਨਾ ਸੰਭਵ ਹੋ ਸਕੇ ਵਿਸਤਾਰ ਵਿੱਚ। ਪ੍ਰਸ਼ਨ 45 ਹੈ ਜੀ ਕਿ ਪਿਛਲੇ ਹਫਤੇ ਹੋਈ ਮੁੱਖ ਨੌਕਰੀ ਲਈ ਮਾਲਕ ਦਾ ਕਾਰੋਬਾਰ ਦਾ ਨਾਂ ਕੀ ਸੀ। ਇਹ ਪ੍ਰਸ਼ਨ ਉਸ ਕਾਰੋਬਾਰ ਜਾਂ ਸੰਸਥਾ ਦਾ ਨਾਮ ਪੁੱਛ ਰਿਹਾ ਹੈ ਜਿੱਥੇ ਵਿਅਕਤੀ ਕੰਮ ਕਰਦਾ ਹੈ। ਪ੍ਰਸ਼ਨ 46 ਹੈ ਜੀ ਕਿ ਤੁਹਾਡਾ ਰੁਜ਼ਗਾਰਦਾਤਾ ਜਾਂ ਇੰਪਲੋਇਰ ਦੇ ਉਦਯੋਗ ਜਾਂ ਕਾਰੋਬਾਰ ਨੂੰ ਉਸ ਸਥਾਨ ਤੇ ਸਭ ਤੋਂ ਵਧੀਆ ਕਿਸ ਬਾਰੇ ਇੰਡਸਟਰੀ 'ਚ ਹੈ, ਕਿ ਉਹ ਕਿਹੜੀ ਇੰਡਸਟਰੀ 'ਚ ਜਿਹੜਾ ਤੁਹਾਡਾ ਜਿੱਥੇ ਤੁਸੀਂ ਕੰਮ ਕਰਦੇ ਹੋ ਉਹ ਤੁਹਾਡਾ ਇੰਪਲੋਇਰ ਕਿਹੜੀ ਇੰਡਸਟਰੀ ਵਿੱਚੋਂ ਕੰਮ ਕਰਦਾ ਹੈ। ਜਿਹਦੇ ਕੁਝ ਐਗਜ਼ਾਮਪਲ ਨੇ ਕਿ ਉਹ ਡੋਮੈਸਟਿਕ ਕਲੀਨਿੰਗ ਜਾਂ ਘਰੇਲੂ ਸਫਾਈ ਕਰਦੀ, ਭੋਜਨਾ ਸੇਵਾਵਾਂ ਜਾਂ ਉਹ ਰੈਸਟੋਰੈਂਟ ਹੈਗਾ ਹੈ, ਜਾਂ ਪੇਂਟਿੰਗ ਸੇਵਾਵਾਂ, ਉਸ ਤਰ੍ਹਾਂ ਦੀ ਇੰਡਸਟਰੀ ਦੱਸਣੀ ਹੈ ਜਾਂ ਖੇਤਰ ਦੱਸਣਾ ਹੈ। ਪ੍ਰਸ਼ਨ 47 ਹੈਗਾ ਹੈ ਕਿ ਮਾਲਕ ਦੇ ਕਾਰੋਬਾਰ ਦੁਆਰਾ ਪੈਦਾ ਕੀਤੀ ਜਾਣ ਵਾਲੀ ਮੁੱਖ ਵਸਤੂਆਂ ਜਾਂ ਮੁੱਖ ਸੇਵਾਵਾਂ ਕੀ ਹਨ। ਉਹਦੇ ਵਿੱਚ ਉਦਾਹਰਣ ਨੇ ਕਿ ਜੇ ਵਿਅਕਤੀ ਘਰੇਲੂ ਸਫਾਈ ਦਾ ਕੰਮ ਕਰਦਾ ਹੈ ਤਾਂ ਉਹ ਸੰਸਥਾ ਜਿਸ ਲਈ ਉਹ ਕੰਮ ਕਰਦਾ ਹੈ ਘਰ ਦੀ ਸਫਾਈ ਪ੍ਰਦਾਨ ਕਰਦੀ ਹੈ, ਉਸ ਤਰ੍ਹਾਂ ਆਪਾਂ ਲਿਖਣਾ ਹੈ। ਪ੍ਰਸ਼ਨ 48 ਹੈ ਜੀ ਕਿ ਪਿਛਲੇ ਹਫਤੇ ਹੋਈ ਮੁੱਖ ਨੌਕਰੀ ਲਈ ਵਿਅਕਤੀ ਦੇ ਕਾਰਜਸਥਾਨ ਦਾ ਪਤਾ ਕੀ ਸੀ, ਤੁਹਾਡੇ ਇੰਪਲੋਇਰ ਦਾ ਪਤਾ ਕੀ ਸੀ। ਉਹ ਪਤਾ ਪ੍ਰਦਾਨ ਕਰੋ ਜਿੱਥੇ ਵਿਅਕਤੀ ਨੇ ਕੰਮ ਕੀਤਾ ਸੀ। ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰੋ ਤੇ ਉਹਨਾਂ ਲੋਕਾਂ ਲਈ ਜੋ ਕੋਵਿਡ ਪਾਬੰਦੀਆਂ ਕਾਰਨ ਅਸਥਾਈ ਤੌਰ ਤੇ ਕੰਮ ਤੋਂ ਹੀ ਕੰਮ ਕਰ ਰਹੇ ਹਨ, ਆਮ ਕੰਮ ਵਾਲੀ ਥਾਂ ਦਾ ਪਤਾ ਪ੍ਰਦਾਨ ਕਰੋ ਕਿ ਜੇ ਤੁਸੀਂ ਆਫਿਸ ਜਾਂਦੇ ਹੋ ਤੇ ਇਸ ਸਮੇਂ ਤੁਸੀਂ ਆਪਣੇ ਘਰ 'ਚ ਲਾਕਡਾਊਨ 'ਚ ਹੈਗੇ ਹੋ ਤੇ ਆਪਣੇ ਆਫਿਸ ਦਾ ਐਡਰੈਸ, ਆਫਿਸ ਦਾ ਪਤਾ ਇੱਥੇ ਦੇਣਾ ਜੀ। ਪ੍ਰਸ਼ਨ 49 ਹੈਗਾ ਜੀ ਕਿ ਮਰਸ਼ਮਾਲੀ ਵਾਲੀ ਦਿਨ ਮੰਗਲਵਾਰ 10 ਅਗਸਤ 2021 ਨੂੰ ਵਿਅਕਤੀ ਕੰਮ ਤੇ ਕਿਵੇਂ ਪਹੁੰਚਿਆ। ਉਹ ਵਿਅਕਤੀ ਦੇ ਕੰਮ ਕਰਨ ਦੇ ਸਾਰੇ ਤਰੀਕੇ ਦੀ ਨਿਸ਼ਾਨਦੇਹੀ ਕਰੋ ਕਿ ਉਦਾਹਰਣ ਦੇ ਲਈ ਜੇ ਵਿਅਕਤੀ ਕਾਰ ਨੂੰ ਬੱਸ ਅੱਡੇ ਤੇ ਚਲਾਉਂਦਾ ਹੈ, ਫਿਰ ਕੰਮ ਤੇ ਜਾਣ ਲਈ ਬੱਸ ਦੇ ਲੈ ਲੈਂਦਾ ਹੈ ਤੇ ਕਾਰ ਡਰਾਈਵਰ ਵਜੋਂ ਅਤੇ ਬੱਸ ਬੱਸੇ ਦੋਵੇਂ ਦੇ ਨਿਸ਼ਾਨ ਤੇ ਪਾਣਾ ਹੈ ਕਿ ਕਾਰ ਤੇ ਬੱਸ ਆਪਾਂ ਦੋਵੇਂ ਇਸਤੇਮਾਲ ਕਰਦੇ ਹਨ। ਪ੍ਰਸ਼ਨ 50 ਹੈਗਾ ਜੀ ਕਿ ਪਿਛਲੇ ਹਫਤੇ ਵਿਅਕਤੀ ਨੇ ਸਾਰੀਆਂ ਨੌਕਰੀਆਂ ਵਿੱਚ ਕਿੰਨੇ ਘੰਟੇ ਕੰਮ ਕੀਤਾ ਹੈ। ਇਸ ਵਿੱਚ ਸ਼ਾਮਿਲ ਹਨ ਕਿ ਮਰਦਸ਼ੁਮਾਰੀ ਦੀ ਰਾਤ ਤੋਂ ਪਹਿਲਾਂ ਹਫਤੇ ਵਿੱਚ ਵਿਅਕਤੀ ਉਹਨਾਂ ਸਾਰੀਆਂ ਨੌਕਰੀਆਂ ਵਿੱਚ ਕੰਮ ਕਰਦਾ ਸੀ ਭਾਵੇਂ ਉਹ ਉਹਨਾਂ ਦੇ ਆਮ ਘੰਟੇ ਨਾ ਹੋਣ। ਕੋਈ ਵੀ ਓਵਰਟਾਈਮ ਅਤੇ ਸਮਾਂ
ਉਹਨਾਂ ਦੀ ਨੌਕਰੀ ਲਈ ਕੰਮ ਤੋਂ ਕੀਤਾ ਹੋਏ, ਘਰ ਤੋਂ ਵੀ ਕੀਤਾ ਹੋਵੇ। ਜਿਵੇਂ ਕੰਮ ਦੀ ਛੁੱਟੀ, ਜਿਵੇਂ ਬਿਮਾਰ ਛੁੱਟੀ, ਜਿਵੇਂ ਆਪਾਂ ਸਿਕ ਲੀਵ ਲੈਂਦੇ ਨੇ ਜਾਂ ਐਨੂਅਲ ਲੀਵ, ਉਹਨੂੰ ਸ਼ਾਮਿਲ ਨਹੀਂ ਕਰਨਾ ਹੈ। ਜੇ ਵਿਅਕਤੀ ਨੇ ਕੋਵਿਡ ਪਾਬੰਦੀਆਂ ਦੇ ਕਾਰਨ ਸਮੇਤ ਕੋਈ ਘੰਟਾ ਕੰਮ ਨਹੀਂ ਕੀਤਾ ਹੈ ਤੇ 0 ਲਿਖੋ, ਕਿ ਅਗਰ ਜੇ ਤੁਸੀਂ ਸਟੈਂਡ ਡਾਊਨ ਕੀਤੇ ਗਏ ਹੋ ਜਾਂ ਉਸ ਤੋਂ ਉੱਥੇ 0 ਲਿਖਣਾ ਹੈ। ਪ੍ਰਸ਼ਨ 51 ਹੈ ਜੀ ਕਿ ਕੀ ਵਿਅਕਤੀ ਪਿਛਲੇ 4 ਹਫ਼ਤਿਆਂ ਵਿੱਚ ਕਿਸੇ ਵੀ ਸਮੇਂ ਸਰਗਰਮੀ ਨਾਲ ਕੰਮ ਦੀ ਭਾਲ ਕਰਦਾ ਸੀਗਾ, ਜਾਂ ਐਕਟਿਵਲੀ ਜੇ ਤੁਹਾਡੇ ਕੋਲ ਕੰਮ ਨਹੀਂ ਹੈ ਤੇ ਤੁਸੀਂ ਕੰਮ ਲੱਭ ਰਹੇ ਹੋ, ਤੇ ਉਹਦੀ ਇਹ ਪ੍ਰਸ਼ਨ ਉਸ ਬਾਰੇ ਗੱਲ ਕਰਦਾ ਹੈ। ਕੁਝ ਐਗਜ਼ਾਮਪਲਸ ਨੇ, ਕੁਝ ਉਦਾਹਰਣ ਨੇ ਕਿ ਨੌਕਰੀ ਲਈ ਅਰਜ਼ੀ ਕਰ ਰਿਹਾ ਹੈ, ਜਾਂ ਕੰਮ ਬਾਰੇ ਦੋਸਤਾਂ ਜਾਂ ਪਰਿਵਾਰ ਵਿੱਚ ਸੰਪਰਕ ਕਰ ਰਿਹਾ ਹੈ ਜੀ, ਜਾਂ ਨੌਕਰੀ ਲਈ ਇੰਟਰਵਿਊ, ਜਾਂ ਕਿਸੇ ਇੰਪਲੋਇਮੈਂਟ ਰਜਿਸਟਰ ਤੇ ਉਹਨਾਂ ਦੇ ਜਿਹੜੇ ਪ੍ਰੋਵਾਈਡਰਸ ਨੇ, ਇੰਪਲੋਇਮੈਂਟ ਪ੍ਰੋਵਾਈਡਰਸ, ਉਹਨਾਂ ਦੇ ਨਾਲ ਗੱਲ ਕਰ ਰਿਹਾ। ਜੇ ਵਿਅਕਤੀ ਫੁੱਲ ਟਾਈਮ ਅਤੇ ਪਾਰਟ ਟਾਈਮ ਦੋਵੇਂ ਕੰਮਾਂ ਦੀ ਤਲਾਸ਼ ਕਰ ਰਿਹਾ ਹੈ ਤਾਂ ਹਾਂ, ਪੂਰੇ ਸਮੇਂ ਦੇ ਕੰਮ ਦੀ ਭਾਲ ਦੀ ਚੋਣ ਕਰੋ। ਪੂਰੇ ਸਮੇਂ ਦੇ ਕੰਮ ਦਾ ਅਰਥ ਹੈ ਪ੍ਰਤੀ ਹਫ਼ਤੇ 35 ਘੰਟੇ ਤੋਂ ਜ਼ਿਆਦਾ। ਜੇ ਲੋਕ ਪਿਛਲੇ 4 ਹਫ਼ਤਿਆਂ ਵਿੱਚ ਇੱਕ ਨੌਕਰੀ ਲੱਭਣ ਵਾਲੇ ਤੇ ਭੁਗਤਾਨ ਜਿਹੜਾ ਜੌਬ ਸੀਕਰ ਮਿਲਦਾ ਸੈਂਟਰਲ ਲਿੰਕ ਤੋਂ, ਉਸ ਵਿੱਚ ਤੁਸੀਂ ਤੁਹਾਡੇ ਰਜਿਸਟਰ ਹੋ ਤੇ ਇੱਥੇ ਲਿਖਣਾ ਹੈ ਜੀ ਕਿ ਨਹੀਂ, ਕੰਮ ਨਹੀਂ ਲੱਭ ਰਿਹਾ। ਪ੍ਰਸ਼ਨ 52 ਹੈ ਜੀ ਕਿ ਜੇ ਵਿਅਕਤੀ ਨੂੰ ਨੌਕਰੀ ਮਿਲ ਗਈ ਹੈ ਹੁੰਦੀ ਤੇ ਉਹ ਵਿਅਕਤੀ ਪਿਛਲੇ ਹਫ਼ਤੇ ਕੰਮ ਸ਼ੁਰੂ ਕਰ ਸਕਦਾ ਸੀ। ਇਸ ਪ੍ਰਸ਼ਨ ਵਿੱਚ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਪ੍ਰਸ਼ਨ 51 ਵਿੱਚ ਹਾਂ, ਪੂਰੇ ਸਮੇਂ ਦੇ ਕੰਮ ਦੀ ਭਾਲ ਕੀਤੀ ਹੈ ਜਾਂ ਪਾਰਟ ਟਾਈਮ ਕੰਮ ਦੀ ਭਾਲ ਕਰਨੀ ਦੀ ਚੋਣ ਕੀਤੀ ਹੈ। ਪ੍ਰਸ਼ਨ 53 ਇਹ ਆਸਟ੍ਰੇਲੀਅਨ ਡਿਫੈਂਸ ਫੋਰਸ ਸਰਵਿਸਿਜ਼ ਦੇ ਬਾਰੇ ਹੈ ਕਿ ਉਹ ਵਿਅਕਤੀ ਨੇ ਕਦੇ ਆਸਟ੍ਰੇਲੀਅਨ ਡਿਫੈਂਸ ਫੋਰਸ ਵਿੱਚ ਸੇਵਾ ਕੀਤੀ ਹੈ ਜਾਂ ਨਹੀਂ। ਇਹ ਪ੍ਰਸ਼ਨ ਉਹਨਾਂ ਲੋਕਾਂ ਬਾਰੇ ਹੈ ਜਿਨ੍ਹਾਂ ਨੇ ਫੌਜ, ਹਵਾਈ ਸੈਨਾ, ਜਲ ਸੈਨਾ ਜਾਂ ਆਸਟ੍ਰੇਲੀਅਨ ਰੱਖਿਆ ਬਲ ਦੇ ਹੋਰ ਹਿੱਸਿਆਂ ਵਿੱਚ ਸੇਵਾ ਦਿੱਤੀ ਹੈ। ਜੇ ਤੁਸੀਂ ਕਿਸੇ ਗੈਰ ਆਸਟ੍ਰੇਲੀਅਨ ਸਰਵਿਸਿਜ਼ ਵਿੱਚ ਜਾਂ ਬਲਾਂ ਵਿੱਚ ਸੇਵਾ ਦਿੱਤੀ ਹੈ ਤੇ ਉਹਨੂੰ ਇਸ ਵਿੱਚ ਸ਼ਾਮਿਲ ਨਹੀਂ ਕਰਨਾ ਹੈ। ਪ੍ਰਸ਼ਨ 54 ਤੋਂ ਲੈ ਕੇ 57 ਤੱਕ ਇਹ ਅਨਪੇਡ ਵਰਕ ਬਾਰੇ ਗੱਲ ਕਰਦਾ ਹੈ, ਜਿੱਥੇ ਸਾਨੂੰ ਆਮਦਨੀ ਨਹੀਂ ਹੋਈ ਹੈ ਕਿਸੇ ਕੰਮ ਕਰਨ 'ਚ। ਪ੍ਰਸ਼ਨ 54 ਜਾਂ 54 ਕਹਿੰਦਾ ਹੈ ਜੀ ਕਿ ਪਿਛਲੇ 12 ਮਹੀਨਿਆਂ ਵਿੱਚ ਕੀ ਵਿਅਕਤੀ ਨੇ ਕਿਸੇ ਸੰਗਠਨ ਜਾਂ ਸਮੂਹ ਲਈ ਬਿਨਾਂ ਅਦਾਇਗੀ ਸਵੈਚਿਤ ਕੰਮ ਕਰਨ ਵਿੱਚ ਕੋਈ ਸਮਾਂ ਬਿਤਾਇਆ ਹੈ, ਜਿਵੇਂ ਆਪਣੀ ਮਰਜ਼ੀ ਨਾਲ ਵੋਲੰਟਰੀ ਵਰਕ ਕੀਤਾ ਹੈ ਜਾਂ ਅਨਪੇਡ ਵਰਕ ਕੀਤਾ ਹੈ। ਇਸ ਵਿੱਚ ਕਿਸੇ ਚੈਰਿਟੀ, ਸਪੋਰਟਸ ਕਲੱਬ ਜਾਂ ਸਪੋਰਟਸ ਇਵੈਂਟ, ਚਰਚ ਗਰੁੱਪ, ਨਰਸਿੰਗ ਹੋਮ, ਸਕੂਲ ਜਾਂ ਸਕੂਲ ਦੇ ਸਮਾਗਮਾਂ ਜਾਂ ਕਿਸੇ ਕਮੇਟੀ ਵਿੱਚ ਸੇਵਾ ਕੀਤੇ ਬਿਨਾਂ ਤਨਖਾਹ ਦੇ ਸਹਾਇਤਾ ਦਿੱਤੀ ਹੈ। ਜੇ ਤੁਸੀਂ ਆਪਣੇ ਫੈਮਿਲੀ ਬਿਜ਼ਨਸ ਜਾਂ ਪਰਿਵਾਰਿਕ ਕਾਰੋਬਾਰ ਜਾਂ ਹੋਰ ਅਦਾਇਗੀ ਵਿੱਚ ਕੰਮ ਕੀਤਾ ਹੈ, ਉਹਨੂੰ ਸ਼ਾਮਿਲ ਨਹੀਂ ਕਰਨਾ ਹੈ ਜੀ। ਤੇ ਹੋਰ ਵੀ ਉਦਾਹਰਣ ਜਿਵੇਂ ਸਰਕਾਰੀ ਭੁਗਤਾਨ ਪ੍ਰਾਪਤ ਕਰਨ ਲਈ ਕੀਤੇ ਗਏ ਕੰਮ, ਜਿਵੇਂ ਇੰਪਲੋਇਮੈਂਟ, ਜਾਂ ਤੁਸੀਂ ਐਜੂਕੇਸ਼ਨ ਲੈ ਰਹੇ ਹੋ, ਅਧਿਐਨ ਨੂੰ ਪੂਰਾ ਕਰਨਾ ਹੈ, ਜਾਂ ਅਦਾਲਤਾਂ ਜਾਂ ਕਮਿਊਨਿਟੀ ਸੇਵਾ ਆਦਰਸ਼ ਜੇ ਕੰਮ ਕੀਤਾ ਹੈ, ਉਹਨੂੰ ਸ਼ਾਮਿਲ ਨਹੀਂ ਕਰਨਾ ਹੈ, ਕਮਿਊਨਿਟੀ ਸਰਵਿਸਿਜ਼। ਪ੍ਰਸ਼ਨ 55 ਹੈ ਜੀ ਕਿ ਪਿਛਲੇ ਹਫ਼ਤੇ ਕੀ ਵਿਅਕਤੀ ਨੇ ਆਪਣੇ ਪਰਿਵਾਰ ਲਈ ਬਿਨਾਂ ਤਨਖਾਹ ਦੇ ਘਰੇਲੂ ਕੰਮ ਵੀ ਕੀਤੇ ਹਨ ਤੇ ਉੱਥੇ ਕਿੰਨਾ ਸਮਾਂ ਬਿਤਾਇਆ ਹੈ, ਕਿ ਜਿਵੇਂ ਆਪਾਂ ਘਰ ਦਾ ਕੰਮ ਕਰਦੇ ਨੇ ਉਹਦੇ ਵਿੱਚ ਕਿੰਨਾ ਸਮਾਂ ਬਿਤਾਇਆ ਹੈ। ਇਹ ਪ੍ਰਸ਼ਨ ਰੋਜ਼ਾਨਾ ਦੇ ਘਰੇਲੂ ਕੰਮਾਂ ਬਾਰੇ ਹੈ, ਜਿਵੇਂ ਕਿ ਖਾਣਾ ਪਕਾਉਣਾ, ਸਫਾਈ ਕਰਨਾ, ਜਿਸ ਦਾ ਲੋਕਾਂ ਨੂੰ ਭੁਗਤਾਨ ਨਹੀਂ ਹੁੰਦਾ। ਆਪਾਂ ਘਰ ਵਿੱਚ ਆਪਾਂ ਜਿਵੇਂ ਕੰਮ ਕਰਦੇ ਨੇ, ਘਰ ਦੀ ਸਫਾਈ, ਬੱਚਿਆਂ ਨੂੰ ਸਾਂਭਣਾ, ਤੇ ਇੱਥੇ ਉਹ ਕੋਈ ਕੰਮ ਨਹੀਂ ਕਰਨਾ ਜਿਵੇਂ ਤੁਸੀਂ ਆਪਣੇ ਕਿਸੇ ਹੋਰ ਦੇ ਘਰ 'ਚ ਜਾ ਕੇ ਐਜ਼ ਅ ਨੌਕਰੀ ਕੰਮ ਕਰਦੇ ਹੋ, ਉਹਨੂੰ ਸ਼ਾਮਿਲ ਨਹੀਂ ਕਰਨਾ ਹੈ। ਪ੍ਰਸ਼ਨ 56 ਹੈ ਜੀ ਕਿ ਪਿਛਲੇ 2 ਹਫ਼ਤਿਆਂ ਵਿੱਚ ਕੀ ਵਿਅਕਤੀ ਨੇ ਡਿਸੇਬਿਲਿਟੀ, ਅਪਾਹਜਤਾ, ਲੰਮੀ ਮਿਆਦ ਦੀ ਸਿਹਤ ਸਥਿਤੀ ਜਾਂ ਬੁਢਾਪੇ, 올ਡ ਏਜ ਨਾਲ ਸੰਬੰਧਿਤ ਸੰਸਥਾਵਾਂ ਦੇ ਕਾਰਨ ਪਰਿਵਾਰਿਕ ਮੈਂਬਰਾਂ ਜਾਂ ਹੋਰ ਨੂੰ ਅਦਾਇਗੀ ਰਹਿਤ ਦੇਖਭਾਲ ਸਹਾਇਤਾ
ਜਾਂ ਸਹਾਇਤਾ ਪ੍ਰਦਾਨ ਕਰਨ ਲਈ ਸਮਾਂ ਬਿਤਾਇਆ ਹੈ, ਕਿਸੇ ਹੋਰ ਦੀ ਇਸ ਤਰ੍ਹਾਂ ਦੀ ਕੰਮ ਕੀਤੇ ਨੇ। ਇਹ ਪ੍ਰਸ਼ਨ ਉਹ ਵਿਅਕਤੀ ਨੂੰ ਅਦਾਇਗੀ ਰਹਿਤ ਸਹਾਇਤਾ ਬਾਰੇ ਹੈ ਕਿ ਅਨਪੇਡ ਵਰਕ ਹੈ ਜੋ ਬਿਮਾਰ ਹਨ, ਅਪਾਹਜ ਹਨ ਜਾਂ ਆਪਣੀ ਦੇਖਭਾਲ ਵਿੱਚ ਸਹਾਇਤਾ ਦੀ ਉਹਨਾਂ ਨੂੰ ਲੋੜ ਹੈ। ਕੰਮ ਉਸ ਤਰ੍ਹਾਂ ਦੇ ਹੋ ਸਕਦੇ ਨੇ ਕਿ ਜਿਵੇਂ ਤੁਸੀਂ ਕਿਸੇ ਨੂੰ ਨਹਾਉਣ, ਡਰੈਸਿੰਗ, ਘੁੰਮਣਾ ਜਾਂ ਉਸ ਤਰ੍ਹਾਂ ਦੀ ਸਫਾਈ, ਖਾਣਾ ਪਕਾਉਣਾ, ਬਾਗਬਾਨੀ, ਇਸ ਤਰ੍ਹਾਂ ਦੇ ਕਿਸੇ ਨੂੰ ਮਦਦ ਕੀਤੀ ਹੋਵੇ ਬਿਨਾਂ ਆਮਦਨੀ ਦੇ। ਪ੍ਰਸ਼ਨ 57 ਹੈ ਜੀ ਕਿ ਪਿਛਲੇ 2 ਹਫ਼ਤਿਆਂ ਵਿੱਚ ਕੀ ਵਿਅਕਤੀ ਨੇ ਬਿਨਾਂ ਤਨਖਾਹ ਦੇ ਬੱਚੇ ਦੀ ਦੇਖਭਾਲ ਵਿੱਚ ਸਮਾਂ ਬਿਤਾਇਆ ਹੈ। ਇਸ ਵਿੱਚ ਕੋਵਿਡ ਪਾਬੰਦੀਆਂ ਦੇ ਕਾਰਨ ਇੱਕ ਬੱਚੇ ਦੀ ਹੋਮ ਸਕੂਲਿੰਗ ਤੇ ਸਹਾਇਤਾ ਕਰਨਾ ਸ਼ਾਮਿਲ ਹੈ। ਜੇ ਤੁਹਾਡੇ ਘਰ 'ਚ ਬੱਚਾ ਘਰੇ ਹੋਇਆ ਹੈ ਤੇ ਉਹਦੀ ਤੁਸੀਂ ਹੋਮ ਸਕੂਲਿੰਗ ਕਰਾਉਂਦੇ ਹੋ ਤੇ ਉਹ ਵੀ ਇਹਦੇ ਸ਼ਾਮਿਲ ਹੈ। ਸਿਰਫ 15 ਘੰਟੇ ਤੋਂ ਘੱਟ ਉਮਰ ਦੇ ਬੱਚੇ, 15 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੀ ਦੇਖਭਾਲ ਸ਼ਾਮਿਲ ਕਰੋ ਤੇ ਆਪਣੇ ਬੱਚਿਆਂ ਦੀ ਦੇਖਭਾਲ ਜ਼ਰੂਰ ਸ਼ਾਮਿਲ ਕਰਨੀ ਹੈ, ਉਹ ਤੇ ਆਪਾਂ ਕਰਨਾ ਹੀ ਹੈ। ਹੁਣ ਆਨਲਾਈਨ ਫਾਰਮ ਤੇ ਜੇ ਤੁਸੀਂ ਜਵਾਬ ਦਿੱਤਾ ਹੈ ਕਿ ਜਨਗਣਨਾ ਦੀ ਰਾਤ ਨੂੰ ਕੋਈ ਦੂਰ ਨਹੀਂ ਹੈ, ਤੁਹਾਡੇ ਘਰ ਤੋਂ ਕਿਤੇ ਹੋਰ ਨਹੀਂ ਗਿਆ ਹੈ, ਸਾਰੇ ਘਰੇ ਨੇ, ਤਾਂ ਤੁਸੀਂ ਅਗਲੇ ਕੁਝ ਪ੍ਰਸ਼ਨਾਂ ਨੂੰ ਛੱਡ ਦੇਵੋ। ਜੇ ਤੁਸੀਂ ਕਾਗਜ਼ੀ ਫਾਰਮ ਭਰ ਰਹੇ ਹੋ ਅਤੇ ਤੁਸੀਂ ਫਾਰਮ ਦੀ ਸ਼ੁਰੂਆਤ ਤੇ ਕਿਹਾ ਹੈ ਕਿ ਮਰਸ਼ੁਮਾਰੀ ਦੀ ਰਾਤ ਨੂੰ ਲੋਕ ਬਾਹਰ ਸਨ ਜਾਂ ਦੂਰ ਸਨ, ਤਾਂ ਤੁਹਾਨੂੰ ਇਹਨਾਂ ਲੋਕਾਂ ਬਾਰੇ ਅਗਲੇ ਕੁਝ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਪ੍ਰਸ਼ਨ 58 ਹੈ ਜੀ ਕਿ ਕੀ ਮੰਗਲਵਾਰ 10 ਅਗਸਤ 2021 ਦੀ ਰਾਤ ਨੂੰ ਕੋਈ ਅਜਿਹੇ ਲੋਕ ਸਨ ਜੋ ਆਮ ਤੌਰ ਤੇ ਇਸ ਨਿਵਾਸ ਵਿੱਚ ਰਹਿੰਦੇ ਹਨ। ਇਹ ਉਹਨਾਂ ਲੋਕਾਂ ਨੂੰ ਸੰਕੇਤ ਕਰਦਾ ਹੈ ਜੋ ਆਮ ਤੌਰ ਤੇ ਇਸ ਪਤੇ 'ਚ ਰਹਿੰਦੇ ਹਨ ਪਰ ਜਨਗਣਨਾ ਦੀ ਰਾਤ ਨੂੰ ਦੂਰ ਸੀਗੇ ਜਾਂ ਕਿਤੇ ਹੋਰ ਗਏ ਸੀਗੇ। ਇਹ ਵਿਅਕਤੀ ਦੂਰ ਹੋ ਸਕਦਾ ਹੈ ਕਿਉਂਕਿ ਉਹ ਹਸਪਤਾਲ 'ਚ ਹੈ ਜਾਂ ਰਿਸ਼ਤੇਦਾਰਾਂ ਦੇ ਦੋਸਤਾਂ ਦੇ ਨਾਲ ਰਹਿ ਰਿਹਾ ਹੈ ਜਾਂ ਛੋਟੀ ਮਿਆਦ ਲਈ ਕੰਮ ਦੀ ਜ਼ਿੰਮੇਵਾਰੀ ਹੈ ਜਾਂ ਛੁੱਟੀਆਂ ਤੇ ਗਿਆ ਹੋਇਆ ਹੈ ਜਾਂ ਬੋਰਡਿੰਗ ਸਕੂਲ ਤੋਂ ਦੂਰ ਹੈਗਾ ਜਾਂ ਵਿਦਿਆਰਥੀ ਹੈ ਜਿਹੜਾ ਬੋਰਡਿੰਗ ਸਕੂਲ 'ਚ ਰਹਿੰਦਾ ਹੈ। ਮਰਸ਼ੁਮਾਰੀ ਦੀ ਰਾਤ ਨੂੰ ਕਿਸੇ ਹੋਰ ਥਾਂ ਤੇ ਰਹਿਣ ਵਾਲੇ ਸ਼ੇਅਰ ਕੇਅਰ ਪ੍ਰਬੰਧਕਾਂ ਵਿੱਚ ਕਿੱਥੇ ਰਹਿ ਰਿਹਾ ਹੈ। ਸ਼ਿਫਟ ਕਰਮਚਾਰੀ ਜਿਨ੍ਹਾਂ ਨੇ ਮੰਗਲਵਾਰ 10 ਅਗਸਤ 2021 ਦੀ ਰਾਤ ਨੂੰ ਕੰਮ ਤੇ ਬਿਤਾਈ ਪਰ ਜੇ ਬੁੱਧਵਾਰ 11 ਅਗਸਤ ਨੂੰ ਘਰ ਵਾਪਸ ਆਏ ਨੇ, ਉਹਨਾਂ ਨੂੰ ਇਸ ਪਤੇ ਤੇ ਦੂਰ ਦੀ ਬਜਾਏ ਗਿਣਤੀ ਕਰਨੀ ਚਾਹੀਦੀ ਹੈ, ਉਹਨਾਂ ਨੂੰ ਇਹਦੇ ਵਿੱਚ ਇੰਕਲੂਡ ਨਹੀਂ ਕਰਨਾ ਹੈ। ਪ੍ਰਸ਼ਨ 59 ਹੈਗਾ ਜੀ ਕਿ ਹਰੇਕ ਵਿਅਕਤੀ ਲਈ ਹੇਠ ਦਿੱਤੇ ਪ੍ਰਸ਼ਨਾਂ ਨੂੰ ਪੂਰਾ ਕਰੋ। ਉਹਦੇ ਚ ਹੋਰ ਵੀ ਨੇ, ਉਹਨਾਂ ਦੀ ਜਿਹੜੇ ਬੰਦੇ ਘਰ ਤੋਂ ਦੂਰ ਨੇ ਉਹਨਾਂ ਦੀ ਡਿਟੇਲਸ ਇੱਥੇ ਲਿਖਣੀ ਹੈ ਜੀ। ਯਾਦ ਰੱਖੋ ਕਿ ਦੂਰ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਮਰਸ਼ੁਮਾਰੀ ਫਾਰਮ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਤੇ ਜਿੱਥੇ ਉਹ ਮਰਸ਼ੁਮਾਰੀ ਦੀ ਰਾਤ ਆਸਟ੍ਰੇਲੀਆ ਵਿੱਚ ਹਨ ਤੇ ਜਿੱਥੇ ਆਪਣੇ ਬੰਦੇ ਆਪਣੇ ਘਰ ਤੋਂ ਦੂਰ ਨੇ, ਉਹ ਜਿੱਥੇ ਵੀ ਨੇ ਉੱਥੇ ਆਪਣਾ ਇੱਕ ਫਾਰਮ ਭਰਨਗੇ। ਦੂਰ ਹਰੇਕ ਵਿਅਕਤੀ ਲਈ ਆਪਣਾ ਹੁਣ ਆਪਾਂ ਪ੍ਰਦਾਨ ਕਰਨਾ ਹੈ ਜੀ ਵਿਅਕਤੀ ਦਾ ਨਾਮ, ਸੈਕਸ, ਉਹਨਾਂ ਦੀ ਡੇਟ ਆਫ ਬਰਥ ਜਾਂ ਜਨਮ ਮਿਤੀ ਤੇ ਉਹਨਾਂ ਦੀ ਉਮਰ। ਜੇ ਵਿਅਕਤੀ ਆਸਟ੍ਰੇਲੀਅਨ ਜਾਂ ਟੋਰਸ ਸਟ੍ਰੇਟ ਆਇਲੈਂਡ ਦਾ ਐਂਸੈਸਟਰੀ ਦਾ ਹੈਗਾ ਹੈ, ਜੇ ਉਹ ਫੁੱਲ ਟਾਈਮ ਵਿਦਿਆਰਥੀ ਹੈ ਤੇ ਉਹਦਾ ਵਿਅਕਤੀ 1 ਤੇ ਵਿਅਕਤੀ 2 ਜਿਹੜੇ ਮੇਨ ਫਾਰਮ ਭਰ ਰਹੇ ਨੇ ਉਹਨਾਂ ਨਾਲ ਕੀ ਰਿਸ਼ਤਾ ਹੈ। ਇਸ ਤੋਂ ਬਾਅਦ ਜੀ ਆਪਾਂ ਹੁਣ ਆਪਣੇ ਘਰ ਦੇ ਬਾਰੇ ਗੱਲ ਕਰਨੀ ਹੈ, ਪ੍ਰਸ਼ਨ 60 ਤੋਂ ਲੈ ਕੇ 64 ਤੱਕ। ਜੇ ਤੁਸੀਂ ਆਨਲਾਈਨ ਫਾਰਮ ਦੀ ਭਰ ਰਹੇ ਹੋ ਤਾਂ ਰਿਹਾਇਸ਼ ਤੇ ਪ੍ਰਸ਼ਨ ਸਿਰਫ ਉਦੋਂ ਹੀ ਉਪਲਬਧ ਹੋਣਗੇ ਜਦੋਂ ਨਿਵਾਸ ਦੇ ਸਾਰੇ ਲੋਕਾਂ ਨੇ ਪ੍ਰਸ਼ਨ ਦੇ ਉੱਤਰ ਦਿੱਤੇ ਹੋਣ। ਪ੍ਰਸ਼ਨ 60 ਹੈਗਾ ਜੀ ਕਿ ਮੰਗਲਵਾਰ 10 ਅਗਸਤ 2021 ਦੀ ਰਾਤ ਨੂੰ ਇਸ ਨਿਵਾਸ ਦੇ ਵਸਨੀਕਾਂ ਦੁਆਰਾ ਮਲਕੀਅਤ ਵਾਲੇ ਜਾਂ ਵਰਤੇ ਗਏ ਕਿੰਨੇ ਰਜਿਸਟਰਡ ਮੋਟਰ ਵਾਹਨ, ਆਪਣੇ ਕਾਰ ਜਾਂ ਹੋਰ ਵੀ ਚੀਜ਼ਾਂ, ਗੈਰਾਜ ਕੀਤੇ ਹਨ ਜਾਂ ਇਹਦੇ ਆਲੇ ਦੁਆਲੇ ਨੇੜੇ ਖੜੇ ਕਰਤੇ ਹਨ। ਮੋਟਰ ਵਾਹਨਾਂ ਵਿੱਚ ਕਾਰਾਂ, ਉਪਯੋਗਤਾਵਾਂ, ਹਲਕੇ ਟਰੱਕ ਅਤੇ ਹੋਰ ਵਾਹਨ ਜਿਵੇਂ ਮੋਟਰ ਕਾਰਾਂ ਤੇ ਮੋਟਰ ਵਾਲੀਆਂ ਕ੍ਰੇਨਾਂ ਸ਼ਾਮਿਲ ਹਨ।
ट्रैक्टर, किश्तियां, भारी वाहन, मोटरसाइकिल ਅਤੇ ਸਕੂਟਰ ਸ਼ਾਮਿਲ ਨਾ ਕਰੋ। ਰਜਿਸਟਰਡ ਦਾ ਮਤਲਬ ਹੈ ਕਿ ਕੋਈ ਵਾਹਨ ਸਰਕਾਰੀ ਅਥਾਰਟੀ ਕੋਲ ਰਜਿਸਟਰਡ ਹੈ ਅਤੇ ਜਨਤਕ ਸੜਕਾਂ ਤੇ ਕਾਨੂੰਨੀ ਤੌਰ ਤੇ ਚਲਾਇਆ ਜਾ ਸਕਦਾ ਹੈ। ਪ੍ਰਸ਼ਨ 61 ਹੈ ਜੀ ਕਿ ਇਸ ਨਿਵਾਸ ਵਿੱਚ ਕਿੰਨੇ ਬੈਡਰੂਮ ਹਨ। ਹੁਣ ਬੈਡਰੂਮ ਦਾ ਮਤਲਬ ਹੈ ਜੀ ਕਿ ਸੌਣ ਵਾਲੇ ਕਮਰਿਆਂ ਜਾਂ ਕਮਰਿਆਂ ਦੀ ਸੰਖਿਆ ਉਹਦੇ ਵਿੱਚ ਸ਼ਾਮਿਲ ਹੈ ਜੋ ਇੱਕ ਬੈਡਰੂਮ ਦੇ ਰੂਪ ਦੇ ਤਿਆਰ ਕੀਤੇ ਗਏ ਸਨ, ਭਾਵੇਂ ਹੁਣ ਉਹ ਕਿਸੇ ਹੋਰ ਉਦੇਸ਼ ਲਈ ਵਰਤੇ ਜਾ ਰਹੇ ਹਨ। ਜਿਵੇਂ ਕਿ ਤੁਹਾਡਾ ਹੋਮ ਆਫਿਸ ਹੈ, ਤੁਸੀਂ ਉਹ ਬਣਿਆ ਐਜ਼ ਅ ਬੈਡਰੂਮ ਹੈ ਪਰ ਉਹਨੂੰ ਆਪਾਂ ਹੁਣ ਆਫਿਸ ਬਣਾਤਾ ਹੈ। ਮੁੱਖ ਕਮਰਾ, ਡਰਾਇੰਗ ਰੂਮ ਜਾਂ ਵਰਾਂਡਾ ਇਸ ਤਰ੍ਹਾਂ ਦੇ ਏਰੀਆ ਨੂੰ ਇੱਥੇ ਸ਼ਾਮਿਲ ਨਹੀਂ ਕਰਨਾ ਹੈ ਜੀ, ਭਾਵੇਂ ਲੋਕ ਇਹਦੇ ਵਿੱਚ ਸੌਂਦੇ ਵੀ ਹੋਣ। ਪ੍ਰਸ਼ਨ 62 ਹੈ ਜੀ ਕਿ ਕੀ ਇਹ ਨਿਵਾਸ ਸਥਾਨ ਕਿਸ ਤਰ੍ਹਾਂ ਦਾ ਇਹਦੀ ਓਨਰਸ਼ਿਪ ਹੈ। ਸਿੱਧੀ ਓਨਰਸ਼ਿਪ ਹੈ, ਸਿੱਧੀ ਮਾਲਕੀ ਹੈ, ਆਊਟਰਾਈਟ ਓਨਰਸ਼ਿਪ ਹੈ, ਜਾਂ ਇਹ ਮੌਰਟਗੇਜ ਤੇ ਹੈ ਜਾਂ ਲੋਨ ਤੇ ਹੈ, ਇੱਕ ਸ਼ੇਅਰ ਇਕੁਇਟੀ ਸਕੀਮ ਹੈ ਜਾਂ ਸ਼ੇਅਰ ਸਕੀਮ ਹੈ, ਤੁਸੀਂ ਰੈਂਟ ਤੇ ਰਹਿ ਰਹੇ ਹੋ, ਕਿਰਾਏ ਤੇ ਰਹਿ ਰਹੇ ਹੋ, ਜਾਂ ਹੋਰ ਵੀ ਕਿਸ ਤਰ੍ਹਾਂ ਦਾ ਕੋਈ ਇਹਦਾ ਆਪਸ਼ਨ ਹੈ। ਪ੍ਰਸ਼ਨ 63 ਹੈ ਜੀ ਕਿ ਇਸ ਨਿਵਾਸ ਕਿਤੇ ਤੋਂ ਕਿਰਾਏ ਤੇ ਲਿਆ ਗਿਆ ਹੈ, ਕਿਸ ਤੋਂ ਲਿੱਤਾ ਗਿਆ ਕਿਰਾਏ ਵਿੱਚ। ਇਹਦੇ ਵਿੱਚ ਰੀਅਲ एस्टेट ਏਜੰਟ, ਸਰਕਾਰੀ ਆਵਾਸ ਅਥਾਰਟੀ ਜਾਂ ਕੋਈ ਕਮਿਊਨਿਟੀ ਹਾਊਸਿੰਗ ਹੈ ਜੀ ਜਿੱਥੇ ਤੁਸੀਂ ਰਹਿ ਰਹੇ ਹੋ, ਜਾਂ ਮਾਪੇ ਜਾਂ ਹੋਰ ਰਿਸ਼ਤੇਦਾਰ ਨਾਲ ਤੁਸੀਂ ਰਹਿ ਰਹੇ ਹੋ, ਜਾਂ ਇੱਕ ਕੈਰਾਵਾਨ ਪਾਰਕ ਜਾਂ ਰਿਹਾਇਸ਼ੀ ਪਾਰਕ ਹੈ ਉਸ ਤਰ੍ਹਾਂ ਦੇ ਉੱਥੇ ਰਹਿ ਰਹੇ ਹੋ। ਕਮਿਊਨਿਟੀ ਹਾਊਸਿੰਗ ਪ੍ਰਦਾਤਾ ਗੈਰ ਲਾਭਕਾਰੀ ਸੰਸਥਾਵਾਂ ਹਨ, ਜਿਵੇਂ ਕਿ ਚੈਰਿਟੀ ਜਾਂ ਚਰਚ ਦਾ ਜਿਹੜਾ ਗਰੁੱਪ ਹੁੰਦਾ ਹੈ ਜੋ ਘੱਟ ਆਮਦਨੀ ਵਾਲੇ ਲੋਕਾਂ ਨੂੰ ਕਿਰਾਏ ਦੇ ਮਕਾਨ ਪ੍ਰਦਾਨ ਕਰਦਾ ਹੈ। ਸਰਕਾਰੀ ਹਾਊਸਿੰਗ ਅਥਾਰਟੀ ਮਕਾਨ ਉਸਾਰੀ ਵਿਭਾਗ ਕਿਰਾਏ ਤੇ ਮਕਾਨ ਨੂੰ ਜਨਤਕ ਰਿਹਾਇਸ਼ ਵੱਲੋਂ ਜਾਣਿਆ ਜਾ ਸਕਦਾ ਹੈ। ਪ੍ਰਸ਼ਨ 64 ਹੈ ਜੀ ਕਿ ਤੁਹਾਡਾ ਘਰ ਇਸ ਨਿਵਾਸ ਲਈ ਕਿੰਨਾ ਭੁਗਤਾਨ ਕਰਦਾ ਹੈ। ਇਹ ਜਾਣਕਾਰੀ ਦੀ ਵਰਤੋਂ ਇਸ ਗੱਲ ਦਾ ਵਿਚਾਰ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਕਿ ਲੋਕ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਰਿਹਾਇਸ਼ ਲਈ ਕਿੰਨਾ ਭੁਗਤਾਨ ਕਰਦੇ ਹਨ। ਇਹ ਸਾਨੂੰ ਇਹ ਸਮਝਣ ਵਿੱਚ ਸਹਾਇਤਾ ਕਰਦਾ ਹੈ ਕਿ ਕਿਰਾਏ ਜਾਂ ਮੌਰਟਗੇਜ ਦੀ ਲਾਗਤ ਪਰਿਵਾਰਾਂ ਅਤੇ ਉਹਨਾਂ ਦੀਆਂ ਹੋਰ ਚੀਜ਼ਾਂ ਦੀ ਸਮਰਥਨ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਕੁੱਲ ਰਕਮ ਸ਼ਾਮਿਲ ਕਰੋ, ਭਾਵੇਂ ਖਰਚੇ ਵੱਖੋ ਵੱਖਰੇ ਲੋਕਾਂ ਵਿੱਚ ਸਾਂਝੇ ਕੀਤੇ ਜਾਣ। ਜੇ 2-3 ਲੋਕੀ ਮਿਲ ਕੇ ਆਪਣਾ ਇਹ ਰੈਂਟ ਪੇ ਕਰਦੇ ਨੇ ਜਾਂ ਭੁਗਤਾਨ ਕਰਦੇ ਨੇ ਤੇ ਟੋਟਲ ਕਿਰਾਇਆ ਇੱਥੇ ਲਿਖਣਾ ਹੈ ਜੀ। ਜੇ ਤੁਸੀਂ ਸਹੀ ਰਕਮ ਨਹੀਂ ਜਾਣਦੇ ਤਾਂ ਆਪਣਾ ਵਧੀਆ ਅਨੁਮਾਨ ਪ੍ਰਦਾਨ ਕਰੋ। ਸਿਰਫ ਇੱਕ ਸਮੇਂ ਤੇ ਇੱਕ ਸਮੇਂ ਲਈ ਇੱਕ ਰਕਮ ਪ੍ਰਦਾਨ ਕਰੋ, ਪ੍ਰਤੀ ਹਫਤਾ ਜਾਂ ਪ੍ਰਤੀ ਫੋਰਟਨਾਈਟ, ਜਿਵੇਂ 15 ਵਾਲਾ ਉਹ ਪ੍ਰਦਾਨ ਕਰੋ। ਜੇ ਤੁਸੀਂ ਆਪਣੇ ਘਰ ਦੇ ਪੂਰੇ ਮਾਲਿਕ ਹੋ ਤੇ ਕੋਈ ਰੈਂਟ ਨਹੀਂ ਦਿੰਦੇ ਤਾਂ ਇੱਥੇ ਇਸ ਪ੍ਰਸ਼ਨ ਦਾ ਉੱਤਰ ਨਾ ਦਿਓ। ਹੁਣ ਜਿਹੜਾ ਇਹ ਲਾਸਟ ਆਖਿਰਲਾ ਪ੍ਰਸ਼ਨ ਹੈ ਜੀ, ਕੁਐਸਚਨ 65, ਉਹ ਹੈ ਜੀ ਕਿ ਕੀ ਹਰੇਕ ਵਿਅਕਤੀ ਆਸਟ੍ਰੇਲੀਆ ਦੇ ਰਾਸ਼ਟਰੀ ਪੁਰਾਲੇਖਾਂ ਜਿਵੇਂ ਨੈਸ਼ਨਲ ਆਰਕਾਈਵਸ ਕਹਿੰਦੇ ਨੇ ਉੱਥੇ ਰੱਖੇ ਜਾ ਰਹੇ ਇਸ ਫਾਰਮ ਤੇ ਉਹਨਾਂ ਦੇ ਨਾਂ, ਪਤੇ ਜਾਂ ਹੋਰ ਜਾਣਕਾਰੀ ਲਈ ਸਹਿਮਤ ਹੈ ਕਿ ਉਹ 99 ਸਾਲ ਬਾਅਦ 99 ਇਅਰਸ ਪਿੱਛੇ ਉਹ ਜਾਣਕਾਰੀ ਓਪਨ ਕੀਤੀ ਜਾ ਸਕਦੀ ਹੈ ਕਿ ਉਹ ਇਸ ਵਿੱਚ ਮੰਨਦੇ ਨੇ ਤੇ ਆਪਣੀ ਸਹਿਮਤੀ ਦਿੰਦੇ ਨੇ। ਇਹ ਪ੍ਰਸ਼ਨ ਦਾ ਉੱਤਰ ਦੇਣਾ ਵਿਕਲਪਿਕ ਹੈ, ਤੁਸੀਂ ਚੂਜ਼ ਕਰ ਸਕਦੇ ਹੋ ਕਿ ਤੁਹਾਡੀ ਜਾਣਕਾਰੀ 99 ਸਾਲ ਬਾਅਦ ਲੋਕਾਂ ਵਿੱਚ ਓਪਨ ਕੀਤੀ ਜਾ ਸਕਦੀ ਹੈ ਕਿ ਇਹਦੇ ਵਿੱਚ ਜਦ ਇਹ ਤੁਹਾਡੀ ਜਾਣਕਾਰੀ ਓਪਨ ਕੀਤੀ ਜਾਂਦੀ ਹੈ ਤੇ ਉਹਨਾਂ ਵਿੱਚ ਨਾਂ, ਪਤਾ ਅਤੇ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਉਪਲਬਧ ਕਰਾਈ ਜਾਂਦੀ ਹੈ। ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ ਘਰ ਦੇ ਹਰੇਕ ਵਿਅਕਤੀ ਨਾਲ ਜਾਂਚ ਕਰ ਲਓ ਕਿ ਉਹਨਾਂ ਦੀ ਚੋਇਸ ਕੀ ਹੈ, ਉਹਨਾਂ ਦੀ ਮਰਜ਼ੀ ਹੈ ਕਿ ਨਹੀਂ। ਜੇ ਨਹੀਂ ਹੈ ਜਾਂ ਜੇ ਨਹੀਂ ਹੈ ਤੁਹਾਡੀ ਮਰਜ਼ੀ ਤੇ ਤੁਸੀਂ ਇੱਥੇ ਖਾਲੀ ਛਾਂ ਛੱਡ ਸਕਦੇ ਹੋ। ਫਿਰ ਤੁਹਾਡੀ ਜਾਣਕਾਰੀ ਨੈਸ਼ਨਲ ਆਰਕਾਈਵਸ ਜਾਂ ਰਾਸ਼ਟਰੀ ਪੁਰਾਲੇਖਾਂ ਵਿੱਚ ਨਹੀਂ ਰੱਖੀ ਜਾਂਦੀ।
ਜੇ ਤੁਸੀਂ ਆਪਣੇ ਘਰ ਦੇ ਕਿਸੇ ਵਿਅਕਤੀ ਦੇ ਨਜ਼ਰੀਏ ਬਾਰੇ ਤੁਹਾਨੂੰ ਪਤਾ ਨਹੀਂ ਹੈ ਤਾਂ ਉਸ ਵਿਅਕਤੀ ਲਈ ਇਸ ਪ੍ਰਸ਼ਨ ਨੂੰ ਖਾਲੀ ਛੱਡ ਦਿਓ। ਜੇ ਤੁਹਾਡੇ ਫਾਰਮ 'ਚ ਤੁਸੀਂ ਬੱਚਿਆਂ ਦਾ ਵੇਰਵਾ ਦਿੱਤਾ ਹੈ ਤੇ ਇਸ ਪ੍ਰਸ਼ਨ ਦਾ ਉੱਤਰ ਉਹਨਾਂ ਦੇ ਗਾਰਡੀਅਨ ਜਾਂ ਉਹਨਾਂ ਦੇ ਮਾਪੇ ਉਹਨਾਂ ਦੀ ਮਰਜ਼ੀ ਤੇ ਹੈ ਕਿ ਉਹ ਕੀ ਚਾਹੁੰਦੇ ਨੇ। ਹੁਣ ਆਪਾਂ ਪੈਟ ਪ੍ਰਸ਼ਨਾਂ ਦੀ ਗੱਲ ਕਰ ਲਈ ਹੈ ਜੀ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਪ੍ਰਸ਼ਨਾਂ ਦੀ ਸਮਝ ਆ ਗਏ ਨੇ ਕਿ ਇਹਦੇ ਵਿੱਚ ਕੀ ਪੜ੍ਹਨਾ ਹੈ ਤੇ ਇਹਦੇ ਵਿੱਚ ਇਹ ਪ੍ਰਸ਼ਨ ਕਿਉਂ ਪੁੱਛਿਆ ਗਿਆ ਹੈ। ਹੁਣ ਇਹ ਸੈਸ਼ਨ ਮੁਕਾਉਣ ਤੋਂ ਪਹਿਲਾਂ ਮੈਂ ਅੱਜ ਮੇਰੇ ਨਾਲ ਸ਼ਾਮਿਲ ਹੋਣ ਆਪਣੇ ਮਰਸ਼ੁਮਾਰੀ ਨੂੰ ਪੂਰਾ ਕਰਨ ਲਈ ਤੁਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੇ ਮੇਰੇ ਨਾਲ ਜੁੜੇ ਹੋ। ਹਰ ਇੱਕ ਜਵਾਬ ਮਹੱਤਵਪੂਰਨ ਹੈ ਤੇ ਜੇ ਤੁਸੀਂ ਪੇਪਰ ਫਾਰਮ ਦੀ ਵਰਤੋਂ ਕਰ ਰਹੇ ਹੋ ਤੇ ਆਪਾਂ ਫਾਰਮ ਭਰ ਲਿਆ ਹੈ ਤੇ ਉਹਦੇ ਨਾਲ ਤੁਹਾਨੂੰ ਇੱਕ ਜਵਾਬ ਭੁਗਤਾਨ ਕੀਤੇ ਹੋਏ ਲਿਫਾਫੇ ਮਿਲੇ ਨੇ, ਉਹਦੀ ਵਰਤੋਂ ਕਰੋ ਤੇ ਇਸ ਨੂੰ ਵਾਪਸ ਆਸਟ੍ਰੇਲੀਅਨ ਪੋਸਟ ਦੀ ਪੋਸਟ ਬਾਕਸ ਤੇ ਪਾ ਦਿਓ ਕਿ ਸਾਨੂੰ ਵਾਪਸ ਮਿਲ ਜਾਣ। ਮਰਸ਼ੁਮਾਰੀ ਦੇ ਆંકੜੇ ਅਗਲੇ ਸਾਲ ਤੋਂ ਅੱਧ ਕੋਈ ਜੂਨ ਜੁਲਾਈ ਤੋਂ 2022 ਤੋਂ ਜਾਰੀ ਕੀਤੇ ਜਾਣਗੇ। ਇਹ ਹੁਣ ਸ਼ੁਰੂ ਹੋ ਜਾਣਗੇ ਜਾਰੀ ਕਰਨਾ ਤੇ ਅਕਤੂਬਰ 2022 ਤੱਕ ਸਾਰੀ ਜਾਣਕਾਰੀ ਬਾਹਰ ਆ ਜਾਏਗੀ। ਟੈਟੇ ਸਮੁੱਦੀਆਂ ਅਤੇ ਮਹੱਤਵਪੂਰਨ ਸੇਵਾਵਾਂ ਲਈ ਪ੍ਰੋਗਰਾਮਾਂ ਦੀ ਯੋਜਨਾ ਬਣਾਉਣ ਵਿੱਚ ਸਹਾਇਤਾ ਕਰਦੇ ਨੇ। ਤੁਹਾਡੀ ਭਾਗੀਦਾਰੀ ਅਤੇ ਸਾਰਿਆਂ ਦੀ ਬਿਹਤਰ ਭਵਿੱਖ ਬਣਾਉਣ ਵਿੱਚ ਸਹਾਇਤਾ ਕਰਦੇ ਨੇ। ਇਸ ਤੋਂ ਜ਼ਿਆਦਾ ਤੁਹਾਨੂੰ ਅਗਰ ਵਧੇਰੀ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ census.abs.gov.au ਤੇ ਤੁਸੀਂ ਜਾ ਸਕਦੇ ਹੋ। ਤੁਸੀਂ ਸਾਰਿਆਂ ਦਾ ਦੁਬਾਰਾ ਧੰਨਵਾਦ ਤੇ ਕਿਰਪਾ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤੇ ਖੁਸ਼ ਰਹੋ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਪੌਜ਼।